ਸਨਮਾਨਯੋਗ ਗੁਰੂ ਸਵਾਰੇ ਗੁਰੂ ਪਿਆਰਿਓ, ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਕੁਝ ਚੁਣੇ ਹੋਏ ਜਿਹੜੇ ਸ਼ਬਦ ਥੋੜੇ ਜਿਹੇ ਸ਼ਬਦਾਵਲੀ ਔਖੀ ਹੈ ਜਾਂ ਜਿਨ੍ਹਾਂ ਦੇ ਭਾਵ ਅਰਥ ਡੂੰਘੇ ਹਨ, ਉਹਨਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ। ਅੱਜ ਦਾ ਜੋ ਸ਼ਬਦ ਆਪ ਜੀ ਦੇ ਸਾਹਮਣੇ ਸਕਰੀਨ ਤੇ ਡਿਸਪਲੇ ਹੈ, ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਕ 479 479 ਤੇ 480 ਇਹ ਸ਼ਬਦ ਸ਼ੋਭਤ ਹੈ। ਕੁਝ ਸਰੂਪਾਂ ਵਿੱਚ ਅੱਗੇ ਪਿੱਛੇ ਹਨ ਕਿ 479 ਤੇ ਹੀ ਆਉਂਦਾ ਹੈ, ਕਈਆਂ ਦੇ 480 ਤੇ ਵੀ ਨਾਲ ਆਉਂਦਾ ਹੈ। ਥੋੜਾ ਜਿਹਾ ਸਰੂਪਾਂ ਦੀ ਛਪਾਈ ਦਾ ਜਿਹੜਾ ਅੰਤਰ ਹੈ, ਤਾਂ ਵੈਸੇ 479 ਤੇ ਬਹੁਤੇ ਸਰੂਪਾਂ 'ਚ ਇਹਦਾ ਸਾਨੂੰ ਦਰਜ ਇਹ ਸ਼ਬਦ ਦਰਜ ਮਿਲਦਾ ਹੈ। ਸ਼ਬਦ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਿਓ, ਮੇਰੀ ਮੇਰੀ ਕਰਤੇ ਜਨਮ ਗਿਓ, ਸਾਇਰ ਸੋਖ ਭੁਜੰਗ ਬਲਿਓ। तो ਇਹ ਰਹਾਉ ਦਾ ਅੰਕ ਹੈ। ਸ਼ਬਦ ਵਿਚਾਰ ਕਰ ਰਹੇ ਹਨ ਵੀਰ ਪ੍ਰਭ ਕੀਰਤਨ ਸਿੰਘ ਜੀ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਕਿ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਨ, ਅਨਮਿਊਟ ਕਰਕੇ ਤੇ ਸਾਡੇ ਨਾਲ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ ਇਹ ਸ਼ਬਦ ਦੀ ਵਿਚਾਰ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਜੋ ਆਸਾ ਰਾਗ ਦਾ ਕਬੀਰ ਜੀ ਦਾ ਅਸੀਂ ਸ਼ਬਦ ਵਿਚਾਰ ਵਾਸਤੇ ਲਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 479 ਉੱਤੇ ਅੰਕਿਤ ਹੈ। ਇਹ ਜੋ ਸ਼ਬਦ ਹੈ, ਇਹਦੇ ਵਿੱਚ ਕਬੀਰ ਜੀ ਸਾਡੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਮੈਸੇਜ ਦੇ ਰਹੇ ਹਨ। ਆਓ ਸਭ ਤੋਂ ਪਹਿਲਾਂ ਇਸ ਸ਼ਬਦ ਦਾ ਆਪਾਂ ਇੱਕ ਵਾਰੀ ਪਾਠ ਕਰ ਲਈਏ ਤੇ ਫਿਰ ਇਸ ਦੀ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ ਜੀ। ਆਸਾ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਿਓ। ਰਹਾਉ ਸੂਕੇ ਸਰਵਰ ਪਾਲ ਬੰਧਾਵੈ, ਲੂਣੈ ਖੇਤ ਹੱਥ ਵਾਰ ਕਰੈ, ਆਇਓ ਚੋਰ ਤੁਰੰਤ ਲੈ ਗਇਓ, ਮੇਰੀ ਰਾਖਤ ਮੁਗਧ ਫਿਰੈ, ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੈ, ਜਿਹਵਾ ਬਚਨ ਸੁਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੈ, ਹਰ ਜਿਉ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰ ਹਰ ਨਾਮ ਲਿਓ, ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚਲਿਓ, ਕਹਿਤ ਕਬੀਰ ਸੁਨੋ ਰੇ ਸੰਤੋ, ਅਨ ਧਨ ਕਛੁਐ ਲੈ ਨਾ ਗਇਓ,
आई तलब गोपाल राय की, माया मंदिर छोड़ चलियो। कहत कबीर सुनो रे संतो, अन धन कछुए लै न गयो। आई तलब गोपाल राय की, माया मंदिर छोड़ चलियो। मेरी मेरी करते जन्म गयो, सायर सोख भुजंग बलियो। ਇਹ ਪੰਕਤੀਆਂ ਇਸ ਸ਼ਬਦ ਦੀਆਂ ਹਨ ਜੋ ਰਹਾਉ ਦੀਆਂ ਹਨ ਤੇ ਜਿਨ੍ਹਾਂ ਵਿੱਚ ਅਸੀਂ ਜਾਣਦੇ ਹਾਂ ਕਿ ਸ਼ਬਦ ਦਾ ਜੋ ਅੰਤਰੀਵ ਭਾਵ ਹੁੰਦਾ ਹੈ, ਮੁੱਖ ਜੋ ਸੁਨੇਹਾ ਹੁੰਦਾ ਹੈ, ਜੋ ਉਸ ਸ਼ਬਦ ਦੇ ਰਚੈਤਾ ਭਗਤ ਕਬੀਰ ਜੀ ਸਾਨੂੰ ਦੇ ਰਹੇ ਹਨ। ਆਪ ਫਰਮਾ ਰਹੇ ਹਨ ਕਿ ਮੇਰੀ ਮੇਰੀ ਕਰਤੇ ਜਨਮ ਗਇਓ। ਮੇਰੀ ਮੇਰੀ ਦਾ ਭਾਵ ਹੈ ਕਿ ਸਾਡੇ ਮਨ ਦੇ ਵਿੱਚ ਇੱਕ ਭਾਵਨਾ ਹਰ ਵੇਲੇ ਪ੍ਰਬਲ ਰਹਿੰਦੀ ਹੈ ਕਿ ਇਹ ਚੀਜ਼ ਮੇਰੀ ਹੈ, ਇਸ ਤੇ ਮੇਰਾ ਹੱਕ ਹੈ, ਇਹ ਮੇਰੀ ਹੈ, ਇਹ ਮੈਂ ਵਰਤਣੀ ਹੈ, ਇਹ ਮੈਂ ਅਰਨ ਕੀਤੀ ਹੈ, ਮੈਂ ਕਮਾਈ ਕੀਤੀ ਹੈ, ਇਹਦੇ ਤੇ ਹੱਕ ਮੇਰਾ ਹੈ। ਜਦੋਂ ਇਨਸਾਨ ਦੀ ਬਿਰਤੀ ਸੰਸਾਰ ਦੀਆਂ ਵਸਤਾਂ ਦੇ ਵਿੱਚ ਖੁੱਭ ਜਾਂਦੀ ਹੈ ਤਾਂ ਫਿਰ ਉਹ ਇਉਂ ਹੀ ਕਰਦਾ ਹੈ ਕਿ ਇਹ ਚੀਜ਼ ਮੇਰੀ ਹੈ, ਮੇਰੀ ਹੈ, ਔਰ ਇਸ ਮੋਹ ਦੇ ਵਿੱਚ, ਮਮਤਾ ਦੇ ਵਿੱਚ ਹੀ ਉਹਦੀ ਸਾਰੀ ਉਮਰ ਬੀਤ ਜਾਂਦੀ ਹੈ। ਜਨਮ ਗਇਓ। ਹੁਣ ਜਨਮ ਤੋਂ ਲੈ ਕੇ ਮੌਤ ਤੱਕ ਪੂਰੇ ਜਿਹੜਾ ਹਿੱਸਾ ਹੈ ਅਸੀਂ ਉਹਨੂੰ ਕਹਿੰਦੇ ਹਾਂ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇਹਦਾ ਪ੍ਰੋਡਕਟਿਵ ਹਿੱਸਾ ਜਿਹੜਾ ਹੈ ਉਹ ਸਾਰਾ ਜਿੰਨੀ ਉਮਰ ਸਾਡੀ ਹੁੰਦੀ ਹੈ ਉਹ ਨਹੀਂ ਹੁੰਦਾ। ਉਹਦੇ ਚ ਕੁਝ ਹਿੱਸਾ ਤਾਂ ਪਹਿਲਾਂ ਨਿਕਲ ਜਾਂਦਾ ਹੈ, ਕੁਝ ਬਾਅਦ ਵਿੱਚ ਨਿਕਲ ਜਾਂਦਾ ਹੈ, ਤੇ ਜਿਹੜਾ ਸਭ ਤੋਂ ਪ੍ਰੋਡਕਟਿਵ ਹਿੱਸਾ ਹੁੰਦਾ ਹੈ ਉਹ ਹਿੱਸੇ ਦੇ ਵਿੱਚ ਹੀ ਇਹ ਜਿਹੜੀ ਮੇਰੀ ਮੇਰੀ ਦੀ ਭਾਵਨਾ ਹੈ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ। ਜਵਾਨੀ ਦੀ ਉਮਰ ਜਿਹੜੀ ਹੁੰਦੀ ਉਹਦੇ 'ਚ ਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ। ਤੇ ਕਬੀਰ ਜੀ ਜਦੋਂ ਕਹਿ ਰਹੇ ਹਨ ਕਿ ਜਨਮ ਗਇਓ, ਤਾਂ ਭਾਵ ਇਹੀ ਹੈ ਕਿ ਜਿਹੜਾ ਸਾਡੇ ਜੀਵਨ ਦਾ ਪ੍ਰੋਡਕਟਿਵ ਹਿੱਸਾ ਸੀ, ਜਵਾਨੀ ਦੀ ਉਮਰ ਸੀ, ਉਹ ਇਸੇ ਭਾਵਨਾ ਦੇ ਵਿੱਚ ਹੀ ਬੀਤ ਗਈ। ਜੀਵਨ ਦੇ ਵਿੱਚ ਸਾਰੀਆਂ ਪ੍ਰਾਪਤੀਆਂ ਕਰਨ ਦਾ ਸਮਾਂ ਜਿਹੜਾ ਗੋਲਡਨ ਪੀਰੀਅਡ ਹੈ, ਇਹ ਨਹੀਂ ਕਿ ਬਾਅਦ ਵਿੱਚ ਪ੍ਰਾਪਤੀਆਂ ਹੋ ਨਹੀਂ ਸਕਦੀਆਂ, ਪਰ ਪ੍ਰਾਪਤੀ ਕਰਨ ਦਾ ਜਿਹੜਾ ਸਭ ਤੋਂ ਸੁੰਦਰ ਸਮਾਂ, ਸਭ ਤੋਂ ਢੁਕਵਾਂ ਸਮਾਂ, ਸਭ ਤੋਂ ਯੋਗ ਸਮਾਂ ਹੈ, ਉਹ ਜਵਾਨੀ ਦਾ ਸਮਾਂ ਹੈ, ਜਦੋਂ ਸਰੀਰ ਵੀ ਤਾਕਤਵਰ ਹੁੰਦਾ ਹੈ, ਮਨ ਵੀ ਤਾਕਤਵਰ ਹੁੰਦਾ ਹੈ, ਦਿਮਾਗ ਵੀ ਤਾਕਤਵਰ ਹੁੰਦਾ ਹੈ। ਤਾਂ ਉਸ ਸਮੇਂ ਦੀ ਗੱਲ ਕਬੀਰ ਜੀ ਕਰ ਰਹੇ ਹਨ ਕਿ ਜੇ ਉਹ ਲੰਘ ਗਿਆ ਤਾਂ ਫਿਰ ਇੱਕ ਕਿਸਮ ਨਾਲ ਆਮ ਤੌਰ ਦੇ ਉੱਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਨਮ ਹੀ ਲੰਘ ਗਿਆ, ਕਿਉਂਕਿ ਉਸ ਤੋਂ ਬਾਅਦ ਚਾਂਸ ਜਿਉਂ-ਜਿਉਂ ਉਮਰ ਵੱਧਦੀ ਹੈ, ਕੋਈ ਕੰਮ ਕਰਨ ਦਾ, ਕੋਈ ਪ੍ਰਾਪਤੀ ਕਰਨ ਦਾ ਸਮਾਂ ਜਿਹੜਾ ਹੈ ਉਹ ਘਟਦਾ ਹੀ ਜਾਂਦਾ ਹੈ, ਉਹਦੇ ਚਾਂਸਸ ਘਟਦੇ ਹੀ ਜਾਂਦੇ ਹਨ। ਤਾਂ ਕਬੀਰ ਜੀ ਕਹਿੰਦੇ ਹਨ ਕਿ ਜਿਹੜਾ ਜਵਾਨੀ ਦੀ ਉਮਰ ਮੇਰੀ ਜਿਹੜੀ ਹੈ ਉਹ ਇਹਦੇ ਵਿੱਚ ਬੀਤ ਜਾਂਦੀ ਹੈ। ਇੱਕ ਆਮ ਇਨਸਾਨ ਦੀ ਅਵਸਥਾ ਇਹੀ ਹੈ। ਤਾਂ ਇਹ ਜਿਹੜੀ ਪਕੜ ਹੈ ਮਾਇਆ ਦੀ, ਇੱਥੇ ਸਿਰਫ ਮਾਇਆ ਦਾ ਸਿਰਫ ਜਿਹੜੀਆਂ ਸੰਸਾਰ ਦੀਆਂ ਵਸਤੂਆਂ ਹਨ, ਘਰ ਹੈ, ਧਨ ਹੈ ਜਾਂ ਹੋਰ ਰਿਸ਼ਤੇ ਨਾਤੇ ਹਨ, ਸਿਰਫ ਉੱਥੇ ਤੱਕ ਹੀ ਨਹੀਂ, ਬੰਦੇ ਨੂੰ ਆਪਣੇ ਉੱਤੇ ਵੀ ਬੜੀ ਪਕੜ ਹੁੰਦੀ ਹੈ ਕਿ ਮੈਂ ਬੜੀ ਅਕਲ ਵਾਲਾ ਹਾਂ, ਮੈਂ ਬੜੀ ਸਮਝ ਵਾਲਾ ਹਾਂ, ਮੈਂ ਬੜਾ ਸਿਆਣਾ ਹਾਂ, ਮੈਂ ਇਹ ਕਰ ਸਕਦਾ ਹਾਂ, ਮੈਂ ਉਹ ਕਰ ਸਕਦਾ ਹਾਂ। ਇਹ ਵੀ ਮੇਰੀ ਦਾ ਹੀ ਇੱਕ ਪੱਖ ਹੈ। ਤਾਂ ਇਹ ਜਿਹੜੀ ਭਾਵਨਾ ਹੈ ਕਿ ਆਪਣੀ ਜੋ ਤਾਕਤ ਹੈ ਉਹ ਚਾਹੇ ਕਿਸੇ ਵੀ ਪੱਖ ਤੋਂ ਹੋਵੇ, ਆਪਣੀਆਂ ਜਿਹੜੀਆਂ ਪੋਜੈਸ਼ਨਸ ਹਨ ਉਹਨਾਂ ਦੇ ਨਾਲ ਲਗਾਵ, ਚਾਹੇ ਉਹ ਮਾਨਸਿਕ ਪੋਜੈਸ਼ਨਸ ਹਨ ਤੇ ਚਾਹੇ ਸੰਸਾਰਕ ਪੋਜੈਸ਼ਨਸ ਹਨ, ਉਹਨਾਂ ਨਾਲ ਜਿਹੜਾ ਲਗਾਵ ਹੈ ਉਹ ਮੇਰੀ ਦੇ ਸ਼ਬਦ ਵਰਤ ਕੇ ਕਬੀਰ ਜੀ ਨੇ ਪ੍ਰਗਟ ਕੀਤਾ ਹੈ। ਤੇ ਇਹਦੇ ਵਿੱਚ ਹੀ ਮਗਨ ਹੋ ਕੇ ਅਸੀਂ ਆਪਣੇ ਜੀਵਨ ਦਾ ਜਿਹੜਾ ਗੋਲਡਨ ਪੀਰੀਅਡ ਹੈ ਉਹ ਗਵਾ ਦਿੰਦੇ ਹਾਂ, ਤੇ ਫਿਰ ਆਮ ਤੌਰ ਤੇ ਸਾਡੀ ਹਾਲਤ ਇਹ ਹੋ ਜਾਂਦੀ ਕਿ ਜਨਮ ਗਏ। ਤੇ ਜਦੋਂ ਉਹ ਸਮਾਂ ਲੰਘ ਜਾਂਦਾ ਹੈ ਤਾਂ ਫਿਰ ਮਹਿਸੂਸ ਕੀ ਹੁੰਦਾ ਹੈ ਕਿ ਸਾਇਰ ਸੋਖ ਭੁਜੰਗ ਬਲਿਓ। ਸਾਇਰ ਕਹਿੰਦੇ ਹਨ ਇੱਕ ਪਾਣੀ ਦੀ ਜਿਹੜੀ ਵਾਟਰ ਬਾਡੀ ਹੁੰਦੀ ਹੈ, ਆਮ ਤੌਰ ਤੇ ਸਮੁੰਦਰ ਨੂੰ ਜਾਂ ਵੱਡੇ ਤਲਾਅ ਨੂੰ ਕਹਿ ਦਿੰਦੇ ਆ। ਸਰੀਰ ਦੇ ਵਿੱਚ, ਮਨ ਦੇ ਵਿੱਚ ਜਿਹੜਾ ਇੱਕ ਜੋਸ਼ ਹੁੰਦਾ ਹੈ ਕੰਮ ਕਰਨ ਦਾ,
ਉਹ ਇੱਕ ਸਮੁੰਦਰ ਵਾਂਗ ਠਾਠਾਂ ਮਾਰਦਾ ਹੈ ਜਵਾਨੀ ਦੇ ਵਿੱਚ। ਤੇ ਉਹ ਜਿਹੜਾ ਸਮੁੰਦਰ ਸੀ, ਇਉਂ ਜਾਣੋ ਹੁਣ ਉਹ ਸਮਾਂ ਲੰਘ ਗਿਆ, ਤੇ ਉਹ ਜਿਹੜਾ ਠਾਠਾਂ ਮਾਰਦਾ ਸਮੁੰਦਰ ਸੀ, ਜਿਹਦੇ ਅੱਗੇ ਕੋਈ ਖੜ ਨਹੀਂ ਸੀ ਸਕਦਾ, ਉਹ ਹੁਣ ਸੁੱਕ ਗਿਆ। ਸਰੀਰ ਵੀ ਕਮਜ਼ੋਰ ਹੋ ਗਿਆ, ਮਨ ਵੀ ਕਮਜ਼ੋਰ ਹੋ ਗਿਆ, ਦਿਮਾਗ ਵੀ ਕਮਜ਼ੋਰ ਹੋ ਗਿਆ। ਸਾਇਰ ਸੋਖ ਉਹਦੇ ਚ ਸੁੱਕ ਗਿਆ, ਸੁੱਕ ਗਿਆ, ਪਾਣੀ ਨਿਕਲ ਗਿਆ, ਉਹਦੇ ਚ ਤਾਕਤ ਨਾ ਰਹੀ। ਤੇ ਭੁਜੰਗ ਭਾਵ ਬਾਹਾਂ ਬਲਿਓ, ਜਿਹੜਾ ਬਾਹਾਂ ਦਾ ਬਲ ਸੀ ਉਹ ਵੀ ਬਲ ਸੜ ਗਿਆ, ਖਤਮ ਹੋ ਗਿਆ। ਭਾਵ ਕਹਿਣ ਤੋਂ ਇਹ ਹੈ ਕਿ ਜੋਸ਼ ਵੀ ਖਤਮ ਹੋ ਗਿਆ ਜੋ ਜਵਾਨੀ ਦਾ ਸੀ, ਜਵਾਨੀ ਦੀ ਤਾਕਤ ਵੀ ਖਤਮ ਹੋ ਗਈ। ਤਾਂ ਹੁਣ ਜਵਾਨੀ ਦੀਆਂ, ਜੀਵਨ ਦੀਆਂ ਜਿਹੜੀਆਂ ਅਸੀਂ ਪ੍ਰਾਪਤੀਆਂ ਕਰਨੀਆਂ ਸੀ, ਉਹਨਾਂ ਦਾ ਸਮਾਂ ਨਹੀਂ ਰਿਹਾ, ਬਲ ਨਹੀਂ ਰਿਹਾ, ਜੋਸ਼ ਹਿੰਮਤ ਖਤਮ ਹੋ ਗਈ। ਤੇ ਜਦੋਂ ਇਹ ਸਮਾਂ ਆ ਜਾਂਦਾ ਹੈ ਤੇ ਮਾਨੋ ਕਿ ਪ੍ਰਾਪਤੀਆਂ ਕਰਨ ਦਾ ਮੌਕਾ ਹੀ ਖਤਮ ਹੋ ਗਿਆ। ਹੁਣ ਕਬੀਰ ਜੀ ਇਹ ਗੱਲ ਤਾਂ ਪਾਸਟ ਟੈਂਸ ਵਿੱਚ ਕਰ ਰਹੇ ਹਨ, ਪਰ ਹੈ ਅਸਲ ਵਿੱਚ ਸਾਡੇ ਲਈ ਵਾਰਨਿੰਗ ਹੈ ਕਿ ਭਾਈ ਸੁਚੇਤ ਹੋ ਜਾ। ਇਹ ਅਵਸਥਾ ਜਿਹੜੀ ਹੈ ਆ ਜਾਣੀ ਹੈ ਜਦੋਂ ਤੂੰ ਹੀ ਇਹਨਾਂ ਚੀਜ਼ਾਂ ਦੀ ਗੱਲ ਕਦੀ ਪਾਸਟ ਟੈਂਸ ਦੇ ਵਿੱਚ ਕਰੇਗਾ। ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲੇ। ਦਰਅਸਲ ਜਨਮ ਗਇਓ ਤੋਂ ਇੱਥੇ ਕਬੀਰ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਹਨ ਕਿ ਅਸੀਂ ਇਹ ਜਨਮ ਪ੍ਰਾਪਤ ਕੀਤਾ ਹੈ, ਬੜਾ ਅਮੁੱਲਾ ਜਨਮ ਹੈ, ਅਸੀਂ ਇਹ ਸਾਰੇ ਜਾਣਦੇ ਹਾਂ, ਬਾਕੀ ਸਾਰੀਆਂ ਜੂਨਾਂ ਤੋਂ ਉੱਤਮ ਜਨਮ ਹੈ। ਇਹਨੂੰ ਅਕਾਲ ਪੁਰਖ ਨੇ ਜਦੋਂ ਬਣਾਇਆ ਹੈ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਨਿਆਮਤਾਂ, ਬਹੁਤ ਸਾਰੀਆਂ ਬਖਸ਼ਿਸ਼ਾਂ, ਬੜੇ ਸਾਰੇ ਗੁਣ ਅਕਾਲ ਪੁਰਖ ਨੇ ਸਾਡੇ ਵਿੱਚ ਭਰੇ ਹਨ। ਇਸ ਸਰੀਰ ਦੇ ਵਿੱਚ, ਇਸ ਜਨਮ ਦੇ ਵਿੱਚ, ਮਨੁੱਖਾ ਦੇਹੀ ਦੇ ਵਿੱਚ ਭਰੇ ਹਨ। ਤੇ ਇਹ ਜ਼ਰੂਰੀ ਗੱਲ ਹੈ ਕਿ ਇਹਦੇ ਪਿੱਛੇ ਕੋਈ ਕਾਰਨ ਤਾਂ ਖਾਸ ਹੋਏਗਾ, ਕੋਈ ਮੰਤਵ ਤਾਂ ਹੋਏਗਾ। ਇਸ ਜੀਵਨ ਦਾ ਕੋਈ ਮਨੋਰਥ ਤੇ ਹੋਏਗਾ ਜਿਹਨੂੰ ਪ੍ਰਾਪਤ ਕਰਨ ਲਈ ਉਹਨੇ ਇੰਨਾ ਕੁਝ ਸਾਡੇ ਅੰਦਰ ਭਰ ਦਿੱਤਾ ਹੈ ਜਿਹੜਾ ਹੋਰ ਜੂਨਾਂ ਦੇ ਵਿੱਚ ਮੌਜੂਦ ਨਹੀਂ ਹੈ। ਤੇ ਜੇ ਉਹ ਪ੍ਰਾਪਤ ਨਹੀਂ ਕੀਤਾ, ਜਿਸ ਮਤਲਬ ਮਨੋਰਥ ਨੂੰ ਪ੍ਰਾਪਤ ਕਰਨ ਲਈ ਅਕਾਲ ਪੁਰਖ ਨੇ ਸਾਨੂੰ ਇਹ ਦੇਹੀ ਬਖਸ਼ੀ ਹੈ, ਤਾਂ ਫਿਰ ਅਸੀਂ ਬਾਕੀ ਸਾਰਾ ਕੁਝ ਭਾਵੇਂ ਇਕੱਠਾ ਕਰਦੇ ਰਹੀਏ, ਕਿੰਨਾ ਕੁਝ ਇਕੱਠਾ ਕਰ ਲਈਏ, ਜੇ ਉਹ ਇਕੱਠਾ ਨਹੀਂ ਕੀਤਾ, ਉਹਦੇ ਵਿੱਚ ਹੀ ਮਗਨ ਹੋ ਗਏ, ਬਾਕੀ ਸਾਰਾ ਕੁਝ ਜੋ ਇਹਦੇ ਸਾਧਨ ਸਨ, ਜੋ ਇਹਨੂੰ ਫੈਸਿਲਿਟੀਜ਼ ਮਿਲੀਆਂ ਸਨ, ਜੋ ਫੈਸਿਲਿਟੇਟਰ ਸਨ ਇਸ ਚੀਜ਼ ਦੇ ਕਿ ਅਸੀਂ ਆਪਣੇ ਜੀਵਨ ਦਾ ਮਨੋਰਥ ਪ੍ਰਾਪਤ ਕਰ ਲਈਏ, ਅਸੀਂ ਉਹਨਾਂ ਦੇ ਵਿੱਚ ਹੀ ਮਗਨ ਹੋ ਗਏ, ਤਾਂ ਫਿਰ ਇਹ ਜਨਮ ਤਾਂ ਬਿਰਥਾ ਹੀ ਗਿਆ ਨਾ, ਕਿਉਂਕਿ ਫਿਰ ਕੁਝ ਬਚਿਆ ਹੀ ਨਹੀਂ ਪ੍ਰਾਪਤ ਕਰਨ ਲਈ। ਜੋ ਲੈਣ ਆਏ ਸਾਂ ਉਹ ਤੇ ਲਿਆ ਨਹੀਂ, ਤਾਂ ਫਿਰ ਇਹੀ ਕਵਾਂਗੇ ਨਾ ਕਿ ਮੇਰੀ ਕਰਤੇ ਜਨਮ ਗਇਓ। ਜਿਹੜੀ ਚੀਜ਼ ਦੀ ਅਸੀਂ ਪਕੜ ਨਹੀਂ ਸੀ ਬਣਾਣੀ, ਉਹਦੀ ਪਕੜ ਬਣਾ ਕੇ ਬੈਠ ਗਏ, ਮੇਰੀ ਕਰਦੇ ਰਹੇ। ਤੇ ਜਿਹੜੀ ਚੀਜ਼ ਪ੍ਰਾਪਤ ਕਰਨੀ ਸੀ ਉਹ ਉਧਰ ਅਸੀਂ ਸੋਚਿਆ ਹੀ ਨਹੀਂ ਕਿ ਉਹ ਵੀ ਅਸੀਂ ਪ੍ਰਾਪਤ ਕਰਨੀ। ਤੇ ਕਬੀਰ ਜੀ ਪਹਿਲੀਆਂ ਪੰਕਤੀਆਂ ਦੇ ਵਿੱਚ ਸਾਡਾ ਜੋ ਹਾਲ, ਆਪਾਂ ਇਉਂ ਕਹਿ ਲਈਏ ਕਿ 99.9 ਕੇਸਿਸ ਦੇ ਵਿੱਚ ਸਾਡਾ ਹਾਲ ਹੁੰਦਾ ਹੈ ਕਿ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਏ। ਪਹਿਲੇ 12 ਸਾਲ ਤੇ ਅਲੜ ਪੁਣੇ ਚ ਲੰਘ ਗਏ, ਤੇ ਅਗਲੇ 20 ਬਰਸ ਜਿਹੜੇ ਜਵਾਨੀ ਦੇ ਸਨ, ਉਦੋਂ ਵੀ ਕਬੀਰ ਜੀ ਨੇ ਸ਼ਬਦ ਵਰਤਿਆ ਕਿ ਕਛ ਤਪ ਨਾ ਕੀਏ, ਕੋਈ ਤਪ ਨਾ ਕੀਤਾ। ਇਹੀ ਅਰਥ ਵਿਦਵਾਨਾਂ ਨੇ ਕੀਤੇ ਹਨ, ਤਪ ਦਾ ਹੀ ਸ਼ਬਦ ਬਹੁਤੇ ਵਿਦਵਾਨਾਂ ਨੇ ਵਰਤਿਆ ਹੈ। ਪਰ ਇੱਥੇ ਮੁਗਾਲਤਾ ਨਹੀਂ ਸਾਨੂੰ ਲੱਗਣਾ ਚਾਹੀਦਾ। ਕਬੀਰ ਜੀ ਇਹ ਜੋਗ ਮਤ ਦੇ ਤਪ ਜਾਂ ਹੋਰ ਦੂਜੇ ਸਨਾਤਨ ਮਤਾਂ ਦੇ ਤਪ, ਮੰਤਰ ਜਾਪ ਤੇ ਜਿਸ ਤਰ੍ਹਾਂ ਦੇ ਘਰ-ਬਾਰ ਛੱਡ ਕੇ ਜੰਗਲ ਜਾ ਬਹਿਣਾ ਜਾਂ ਇਹਨਾਂ ਚੀਜ਼ਾਂ ਦੇ ਬਾਰੇ ਉਹ ਗੱਲ ਨਹੀਂ ਕਰ ਰਹੇ। ਇੱਥੇ ਤਪ ਦਾ ਉਹਨਾਂ ਦਾ ਅਰਥ ਕੁਝ ਹੋਰ ਹੈ। ਆਓ ਪਹਿਲਾਂ ਸਮਝ ਲਈਏ ਕਿ ਜਿਹੜੇ ਆਮ ਤੌਰ ਦੇ ਉੱਤੇ ਤਪ ਦੇ ਅਰਥ ਲਏ ਜਾਂਦੇ ਹਨ, ਅਖੌਤੀ ਜਿਹੜੇ ਤਪ ਕਹੇ ਜਾਂਦੇ ਹਨ, ਉਹਨਾਂ ਦੇ ਬਾਰੇ ਕਬੀਰ ਜੀ ਦੇ ਆਪਣੇ ਵਿਚਾਰ ਕੀ ਸਨ। ਕਿਉਂਕਿ ਜਦੋਂ ਅਸੀਂ ਇਸ ਤਪ ਨੂੰ ਉਹੀ ਤਪ ਕਹਿ ਦਿੰਦੇ ਹਾਂ, ਤਾਂ ਇਹਦਾ ਇੱਕ ਤਾਂ ਕਾਰਨ ਇਹ ਹੈ ਕਿ ਅਸੀਂ ਕਬੀਰ ਜੀ ਦੇ ਮਤ ਨੂੰ, ਉਹਨਾਂ ਦੇ ਵਿਚਾਰ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਨਹੀਂ ਕੀਤੀ, ਜਾਂ ਇਉਂ ਕਹਿ ਲਓ ਕਿ ਦਿਸ ਇਜ਼ ਅ ਲੇਜ਼ੀ ਅਪਰੋਚ। ਅਸੀਂ ਇੱਕ ਡਿਕਸ਼ਨਰੀ ਚੁੱਕੀ, ਉਹਦੇ ਜੋ ਅਰਥ ਲਿਖੇ ਹਨ ਉਹੀ ਚੁੱਕ ਕੇ ਸਮਝ ਲਏ। ਤੇ ਉਹੀ ਗੱਲ ਜਿਹੜੀ ਕਬੀਰ ਜੀ ਦੇ, ਮੈਂ ਸ਼ਬਦ ਵਰਤ ਲਵਾਂ ਕਿ ਕਬੀਰ ਜੀ ਦੇ ਗਲੇ ਉਹੀ ਗੱਲ ਪਾ ਕੇ ਮੜ ਦਿੱਤੀ ਕਿ ਕਬੀਰ ਜੀ ਕਹਿ ਰਹੇ ਹਨ ਕਿ ਤਪ ਨਹੀਂ ਕੀਤਾ। ਜਾਂ ਫਿਰ ਸਾਨੂੰ ਕਬੀਰ ਜੀ ਦੀ ਵਿਚਾਰਧਾਰਾ ਦੀ ਪਤਾ ਹੀ ਨਹੀਂ ਹੈ, ਅਗਿਆਨਤਾ ਹੈ ਸਾਡੀ।
ਤੇ ਜਾਂ ਫਿਰ ਇਹ ਹੈ ਕਿ ਸਾਡੀ ਨੀਅਤ ਵਿੱਚ ਕੋਈ ਖੋਟ ਹੈ, ਸਾਨੂੰ ਸਭ ਕੁਝ ਪਤਾ ਹੈ, ਅਸੀਂ ਜਾਣਦੇ ਹਾਂ, ਪਰ ਅਸੀਂ ਕੋਈ ਹੋਰ ਗੱਲ ਉੱਥੇ ਸ਼ੋਅ ਕਰਨੀ ਚਾਹੁੰਦੇ ਹਾਂ ਜਿਹੜੀ ਕਬੀਰ ਜੀ ਦਾ ਅਸਲ ਵਿੱਚ ਆਪਣਾ ਵਿਚਾਰ ਨਹੀਂ। ਕਬੀਰ ਜੀ ਕੀ ਕਹਿ ਰਹੇ ਹਨ? ਕਬੀਰ ਜੀ ਕਹਿੰਦੇ ਹਨ, ਬਨ ਖੰਡ ਜਾਏ ਜੋਗ ਤਪ ਕੀਨੋ, ਕੰਦ ਮੂਲ ਚੁਨ ਖਾਇਆ। ਨਾਦੀ ਬੇਦੀ ਸ਼ਬਦੀ ਮੋਨੀ, ਜਮ ਕੇ ਪਟੈ ਲਿਖਾਇਆ। ਕਿ ਬਨਖੰਡ ਵਿੱਚ ਜਾ ਕੇ ਜੋਗੀ ਤਪ ਕਰ ਰਹੇ ਹਨ, ਕੰਦ ਮੂਲ ਦੇ ਉੱਤੇ ਗੁਜ਼ਾਰਾ ਕਰਦੇ ਹਨ, ਨਾਦ ਨੂੰ ਪ੍ਰਾਪਤ ਕਰਨ, ਅਨਹਦ ਨਾਦ ਨੂੰ ਪ੍ਰਾਪਤ ਕਰਨ ਦੇ ਯਤਨ ਵਿੱਚ ਰੁੱਝੇ ਹੋਏ ਜੋਗੀ, ਵੇਦਾਂ ਦੇ ਕਰਮ ਕਾਂਡਾਂ ਵਿੱਚ ਰੁੱਝੇ ਹੋਏ ਬੇਦੀ, ਜਿਹੜੇ ਸ਼ਬਦ ਦੀ ਆਰਾਧਨਾ ਕਰਨ ਵਾਲੇ ਜੋਗੀ ਹਨ, ਜਿਹੜੇ ਹਰ ਵੇਲੇ ਅਲਖ ਨਿਰੰਜਨ ਕਰਦੇ ਰਹਿੰਦੇ ਹਨ, ਮੌਨੀ ਹਨ, ਚੁੱਪ ਕਰਕੇ ਬੈਠ ਕੇ ਤਪੱਸਿਆ ਕਰਦੇ ਰਹਿੰਦੇ ਹਨ। ਇਹਨਾਂ ਸਾਰਿਆਂ ਨੂੰ ਕਬੀਰ ਜੀ ਕਹਿੰਦੇ ਹਨ, ਜਮ ਕੇ ਪਟੈ ਲਿਖਾਇਆ। ਜਮ ਕੇ ਪਟੈ ਲਿਖਾਇਆ ਦਾ ਮਤਲਬ ਹੈ ਵੀ ਉਹ ਜਮਾਂ ਦੇ ਵਸ ਵਿੱਚ ਪਏ ਹੋਏ ਹਨ, ਉਹ ਜਮਾਂ ਦੇ ਡਰ ਦੇ ਵਿੱਚ ਹੀ ਜੀਵਨ ਬਤੀਤ ਕਰ ਰਹੇ ਹਨ। ਇੰਨਾ ਕੁਝ ਕਰਨ ਤੋਂ ਬਾਅਦ ਉਹ ਜਮਾਂ ਦੇ ਡਰ ਤੋਂ ਮੁਕਤੀ ਨਹੀਂ ਪ੍ਰਾਪਤ ਕਰ ਸਕੇ। ਉਹ ਡਰ ਦੇ ਸਾਏ ਦੇ ਹੇਠ ਹੀ ਜੀਵਨ ਜੀ ਰਹੇ ਹਨ। ਇੰਨਾ ਕੁਝ ਕਰਨ ਤੋਂ ਬਾਅਦ ਵੀ ਇਹ ਸਭ ਵਿਅਰਥ ਹੈ, ਉਹ ਕੁਝ ਵੀ ਨਹੀਂ ਪ੍ਰਾਪਤ ਕਰ ਸਕੇ। ਤੇ ਇਸੇ ਸ਼ਬਦ ਦੇ ਵਿੱਚ ਉਹਨਾਂ ਦੀ ਜਿਹੜੀ ਰਹਾਉ ਦੀ ਪੰਕਤੀ ਹੈ, ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੂਪਤ ਰਾਜਾ। ਉਹਨੇ ਸਰਿਓ ਨਾ ਏਕੈ ਕਾਜਾ ਦੀ ਗੱਲ ਇਹਨਾਂ ਸਾਰਿਆਂ ਦੇ ਉੱਤੇ ਉਹ ਲਾਗੂ ਕਰ ਰਹੇ ਹਨ ਕਿ ਇਹਨਾਂ ਕੁਝ ਕਰਨ ਵਾਲਿਆਂ ਦਾ ਕੁਝ ਵੀ ਨਹੀਂ ਸੌਰਿਆ, ਕੁਝ ਵੀ ਉਹਨਾਂ ਨੇ ਪ੍ਰਾਪਤ ਨਹੀਂ ਕੀਤਾ। ਤੋ ਇਸੇ ਤਰ੍ਹਾਂ ਹੀ ਆਪ ਇੱਕ ਵਾਰੀ ਫੇਰ ਪੰਨਾ 692 ਤੇ ਆਪ ਫਰਮਾ ਰਹੇ ਹਨ, ਉਹਨਾਂ ਜਿਹੜੇ ਫਲਾਂ ਨੂੰ ਉਹ ਸ਼ਬਦ ਕੀ ਵਰਤ ਰਹੇ ਹਨ ਕਿ ਹੋਛੇ ਤੇ ਹੌਲੇ ਮੇਲ ਦੇ ਕੰਮ ਦੱਸਦੇ ਹਨ। ਉਹ ਕਹਿੰਦੇ ਹਨ, ਇੰਦਰ ਲੋਕ ਸ਼ਿਵ ਲੋਕਾਂ ਜੈਬੋ, ਓਛੇ ਤਪ ਕਰ ਬਾਹਰ ਐਬੋ। ਹੁਣ ਉਹਨਾਂ ਨੇ ਤਪ ਦੇ ਵਾਸਤੇ ਸ਼ਬਦ ਵਰਤਿਆ ਓਛੇ। ਇਹ ਹੋਛੇ ਹੌਲੇ ਕੰਮ ਹਨ। ਜੇ ਇਹ ਕੰਮ ਕਰਕੇ ਇੰਦਰ ਲੋਕ ਤੱਕ ਵੀ ਤੂੰ ਪਹੁੰਚ ਗਿਆ, ਸ਼ਿਵ ਲੋਕ ਤੱਕ ਵੀ ਪਹੁੰਚ ਗਿਆ, ਜੈਬੋ ਤੋਂ ਭਾਵ ਤੂੰ ਚਲਾ ਗਿਆ ਉੱਥੇ, ਤੇ ਇਹ ਹੋਛੇ ਤਪਾਂ ਦੇ ਨਾਲ, ਹੌਲੇ ਕੰਮਾਂ ਦੇ ਨਾਲ ਤੂੰ ਪਹੁੰਚ ਵੀ ਗਿਆ, ਤੇ ਫੇਰ ਵੀ ਤੈਨੂੰ ਮੁੜ ਕੇ ਤਾਂ ਇੱਥੇ ਹੀ ਆਉਣਾ ਪੈਣਾ। ਫੇਰ ਤੂੰ ਜਨਮ ਮਰਨ ਦੇ ਗੇੜ ਦੇ ਵਿੱਚ ਤਾਂ ਫਿਰ ਤੈਨੂੰ ਪੈਣਾ ਹੀ ਪੈਣਾ। ਤਾਂ ਇੱਥੇ ਇਹ ਸਾਨੂੰ ਧਿਆਨ ਦੇਣ ਦੀ ਲੋੜ ਹੈ। ਤਪਾਂ ਦੇ ਵਾਸਤੇ ਕਬੀਰ ਜੀ ਹੋਛਾ ਲਫ਼ਜ਼ ਵਰਤ ਰਹੇ ਹਨ, ਹੌਲਾ ਕੰਮ ਜਿਹੜਾ ਹੁੰਦਾ ਜਿਹਦਾ ਕੋਈ ਮੁੱਲ ਨਾ ਹੋਵੇ। ਤੋ ਇਸੇ ਤਰ੍ਹਾਂ ਹੀ ਕਬੀਰ ਜੀ ਦੇ ਬਹੁਤ ਸਾਰੇ ਬਚਨ ਹਨ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨ ਜਾਣੀ ਹੈ ਭਾਉ ਭਗਤ ਭਗਵਾਨ। ਇਹ ਸਾਰੇ ਕਰਮ ਵਿਅਰਥ ਨੇ। ਇਹਦੇ ਵਿੱਚ ਉਹਨਾਂ ਨੇ ਤਪ ਵੀ ਸ਼ਾਮਲ ਕੀਤਾ। ਕੀ ਜਪ ਕੀ ਤਪ ਤੇ ਕੀ ਹੋਰ ਸੰਜਮ ਵਰਤ ਇਸ਼ਨਾਨ, ਜਦੋਂ ਤੱਕ ਭਾਉ ਭਗਤ ਭਗਵਾਨ ਦੀ ਅਵਸਥਾ ਨੂੰ ਨਹੀਂ ਪਹੁੰਚੇ ਤੇ ਤਦ ਤੱਕ ਜਿਹੜੀ ਗੱਲ ਹੈ ਉਹ ਵਿਅਰਥ ਹੈ। ਤੋ ਇਸ ਕਰਕੇ ਸਾਨੂੰ ਜੇ ਕਬੀਰ ਜੀ ਦੀ ਇਸ ਪੰਕਤੀ ਨੂੰ ਸਮਝਣਾ ਹੈ, ਕਿਸੇ ਭੁਲੇਖੇ 'ਚ ਨਹੀਂ ਪੈਣਾ, ਤਾਂ ਤਪ ਦੇ ਸਾਨੂੰ ਜਿਹੜੇ ਅਖੌਤੀ ਪੁਰਾਤਨ ਟ੍ਰੈਡੀਸ਼ਨਲ ਅਰਥ ਨੇ ਉਹਨਾਂ ਦੇ ਘੇਰੇ ਵਿੱਚੋਂ ਬਾਹਰ ਆਉਣਾ ਪਏਗਾ। ਜਿਵੇਂ ਪਹਿਲਾਂ ਹੀ ਅਸੀਂ ਗੱਲ ਕਰ ਰਹੇ ਸੀ ਕਿ ਇੱਥੇ ਉਹਨਾਂ ਦਾ ਅਰਥ ਕੁਝ ਹੋਰ ਹੈ। ਆਪਾਂ ਜਾਈਏ ਕਿ ਤਪ ਸ਼ਬਦ ਬਣਿਆ ਕਿੱਥੋਂ ਹੈ। ਤਪ ਸ਼ਬਦ ਬਣਿਆ ਹੈ ਤਾਪ ਤੋਂ, ਗਰਮੀ ਤੋਂ, ਟੈਂਪਰੇਚਰ ਤੋਂ। ਜਦੋਂ ਗਰਮੀ ਪੈਦਾ ਹੁੰਦੀ ਹੈ, ਜਦੋਂ ਵੀ ਅਸੀਂ ਕੋਈ ਕੰਮ ਸਰੀਰ ਦੇ ਵਿੱਚ ਕਰਦੇ ਹਾਂ ਜਿਹਦੇ ਨਾਲ ਗਰਮੀ ਪੈਦਾ ਹੁੰਦੀ ਹੈ, ਭਾਵ ਮਿਹਨਤ ਮੁਸ਼ੱਕਤ ਕਰਦੇ ਹਾਂ, ਤਾਂ ਫਿਰ ਉਹਨੂੰ ਤਪ ਕਿਹਾ ਜਾਂਦਾ। ਅਸੀਂ ਅਰਦਾਸ ਵਿੱਚ ਵੀ ਹਠੀਆਂ ਜਪੀਆਂ ਤਪੀਆਂ ਦੀ ਗੱਲ ਕਰਦੇ ਹਾਂ, ਤਾਂ ਉਹ ਤਪ ਦੀ ਜਿਹੜੀ ਗੱਲ ਹੈ ਉੱਥੇ ਵੀ ਇਸ ਤਪ ਦੀ ਗੱਲ ਨਹੀਂ, ਇੱਥੇ ਮੁਸ਼ੱਕਤ ਦੀ ਗੱਲ ਹੈ। ਕਿਉਂਕਿ ਕਬੀਰ ਜੀ ਗ੍ਰਸਤੀ ਸਨ, ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਪ੍ਰਭੂ ਦੇ ਨਾਲ ਲੇਵਣ ਨੂੰ ਜੋੜਨਾ, ਸੁਰਤ ਨੂੰ ਜੋੜਨਾ, ਇਹ ਜੋ ਕੰਮ ਹੈ ਇਹ ਬੜੀ ਮਿਹਨਤ ਦਾ ਕੰਮ ਹੈ। ਗੁਰਬਾਣੀ ਦੇ ਵਿੱਚ ਵੀ ਬਾਰ-ਬਾਰ ਇਹਨੂੰ ਖੰਡੇ ਧਾਰ ਦੇ ਨਾਲ ਕੰਪੇਅਰ ਕੀਤਾ ਗਿਆ, ਗਲੀ ਅਤ ਭੀੜੀ ਕਿਹਾ ਗਿਆ ਹੈ। ਤੋ ਇਸ ਕਰਕੇ ਤਪ ਦਾ ਅਰਥ ਹੈ ਕਿ ਮੈਂ ਆਪਣਾ ਜਿਹੜਾ ਅਸਲੀ ਮੰਤਵ ਸੀ ਉਹਦੇ ਵਾਸਤੇ ਕੋਈ ਮਿਹਨਤ ਨਹੀਂ ਕੀਤੀ,
ਕਿਹੜੀ ਮਿਹਨਤ? ਜੋ ਮਿਹਨਤ ਚਾਹੀਦੀ ਸੀ। ਇਹ ਅੱਗੇ ਜਾ ਕੇ ਸਾਨੂੰ ਸਮਝਾਉਣਗੇ। ਇੱਥੇ ਤਪ ਦਾ ਅਰਥ ਮਸ਼ੱਕਤ ਹੈ, ਮਿਹਨਤ ਹੈ। ਜਿਵੇਂ ਅਸੀਂ ਜਪਜੀ ਸਾਹਿਬ ਦੇ ਅੰਤ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਉਹ ਵੀ ਮਸ਼ੱਕਤ ਦਾ, ਮਿਹਨਤ ਦਾ ਭਾਵ ਹੈ। ਇਸੇ ਤਰ੍ਹਾਂ ਹੀ ਸਾਨੂੰ ਤਪ ਦਾ ਅਰਥ ਵੀ ਇਹ ਲੈਣਾ ਪਏਗਾ। ਤੇ ਜੇ ਸਨਾਤਨ ਅਰਥਾਂ ਦੇ ਵਿੱਚ, ਟ੍ਰੈਡੀਸ਼ਨਲ ਅਰਥਾਂ ਦੇ ਵਿੱਚ, ਪੁਰਾਤਨ ਅਰਥਾਂ ਦੇ ਵਿੱਚ ਅਸੀਂ ਤਪ ਦੀ ਗੱਲ ਜਿਹੜੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਅਸੀਂ ਭੁਲੇਖੇ 'ਚ ਪੈ ਜਾਵਾਂਗੇ ਤੇ ਜੋ ਕਬੀਰ ਜੀ ਸਾਨੂੰ ਸਮਝਾਉਣਾ ਚਾਹ ਰਹੇ ਹਨ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। तो ਅੱਗੇ चलिए। 12 बरस बालपन बीते, 20 बरस कछ तप न कियो, 30 बरस कछ देव न पूजा, फिर पछताना बिरध भयो। ਹੁਣ 12 ਪਹਿਲੇ ਬਾਲਪਨ ਦੇ ਵਿੱਚ ਬੀਤ ਗਏ, ਜਵਾਨੀ ਦੇ 20 ਵਰੇ ਫਿਰ ਉਸ ਤੋਂ ਬਾਅਦ ਐਡ ਹੋ ਗਏ ਤੇ 32 ਸਾਲ ਦੀ ਉਮਰ ਹੋ ਗਈ ਤੇ ਅਗਲੇ 30 ਵਰੇ ਵੀ ਅਸੀਂ ਉਹੀ ਦੁਨਿਆਵੀ ਜੀਵਨ ਦੇ ਵਿੱਚ ਮਗਨ ਰਹੇ। ਕਛ ਦੇਵ ਨਾ ਪੂਜਾ। ਹੁਣ ਦੇਵ ਦੀ ਪੂਜਾ, ਦੇਵ ਦਾ ਅਰਥ ਕਬੀਰ ਜੀ ਜਿਹੜਾ ਹੈ ਉਹ ਕੀ ਲੈਂਦੇ ਹਨ ਕਿ ਦੇਵ ਦਾ ਅਰਥ ਇਹ ਨਹੀਂ ਕਿ ਜਿਹੜੇ ਆਮ ਅਸੀਂ ਅਰਥ ਲੈਂਦੇ ਹਾਂ ਕਿ ਦੇਵਤਿਆਂ ਦੀ ਗੱਲ ਕਰ ਰਹੇ। ਕਬੀਰ ਜੀ ਦਾ ਆਪਣਾ ਹੀ ਇੱਕ ਸ਼ਬਦ ਹੈ, ਦੇਵ ਦਇਆ ਕਰੋ ਮੋਹਿ ਮਾਰਗ ਪਾਓ। ਉੱਥੇ ਦੇਵ ਸ਼ਬਦ ਜਿਹੜਾ ਹੈ ਉਹ ਗੁਰੂ ਵਾਸਤੇ ਵਰਤਿਆ ਹੈ, ਉਹਨਾਂ ਨੇ ਗੁਰਦੇਵ ਦੀ ਸ਼ਾਰਟ ਫਾਰਮ ਦੇ ਵਿੱਚ ਵਰਤਿਆ ਹੈ। ਤਾਂ ਇੱਥੇ ਵੀ ਸਾਨੂੰ ਇਹੀ ਸਮਝਣਾ ਪਏਗਾ, ਗੁਰੂ ਦੀ, ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪੈ ਕੇ ਅਸੀਂ ਕੋਈ ਕੰਮ ਨਹੀਂ ਕੀਤਾ। ਫਿਰ ਪਛਤਾਨਾ ਬਿਰਧ ਭਇਓ। ਤੇ ਹੁਣੇ 30 ਵਰ ਲੰਘ ਗਏ ਤਾਂ ਫਿਰ ਉਮਰ ਤਾਂ ਹੋ ਗਈ 62 ਸਾਲ ਦੀ, तो 60 ਤੇ ਬੁਢੇਪਾ ਆਵੇ ਤੇ ਫਿਰ ਬਿਰਧ ਹੋ ਗਿਆ। ਤਾਂ ਬਿਰਧ ਹੋ ਗਿਆ ਤੇ ਫਿਰ ਪਛਤਾਉਂਦਾ ਹੈ ਕਿ ਹੁਣ ਮੈਂ ਸਾਰੀ ਉਮਰ ਤੇ ਗੁਜ਼ਾਰ ਲਈ ਆਪਣੀ ਮਤ ਦੇ ਅਨੁਸਾਰ ਜੀਵਨ ਕਰਦਿਆਂ ਜੀਵਨ ਦੇ ਕੰਮ ਨਿਰਧਾਰਿਤ ਕਰਦਿਆਂ ਹੋਇਆਂ, ਉਹਨਾਂ ਉੱਤੇ ਮਿਹਨਤ ਕਰਦਿਆਂ ਹੋਇਆਂ ਤੇ ਜਿਹੜੇ ਮੈਨੂੰ ਕੰਮ ਕਰਨੇ ਚਾਹੀਦੇ ਸੀ ਉਹ ਤਾਂ ਮੈਂ ਕੀਤੇ ਕੋਈ ਨਹੀਂ। ਤਾਂ ਫਿਰ ਹੱਥ ਕੀ ਪਏਗਾ? ਫਿਰ ਬੰਦਾ ਹੱਥ ਹੀ ਮਲੇਗਾ, ਪਛਤਾਏਗਾ ਹੀ, ਹੋਰ ਤਾਂ ਕੁਝ ਕਰ ਨਹੀਂ ਸਕਦਾ। ਫਿਰ ਸਮਾਂ ਤੇ ਲੰਘ ਗਿਆ। ਇਹੀ ਕਬੀਰ ਜੀ ਅੱਗੇ ਸਾਨੂੰ ਸਮਝਾ ਰਹੇ ਹਨ ਕਿ ਜੀਵਨ ਮਨੋਰਥ ਦੇ ਪ੍ਰਤੀ ਸੁਚੇਤ ਹੋਣ ਦੇ ਵਾਸਤੇ ਸਾਨੂੰ ਉਹ ਇੱਥੇ ਤਾੜਨਾ ਕਰ ਰਹੇ ਹਨ ਕਿ ਹੋਵੋ, ਉਮਰ ਲੰਘਦੀ ਜਾ ਰਹੀ ਹੈ, ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਿਓ। ਹੁਣ ਅੱਗੇ ਕਬੀਰ ਜੀ ਸਾਨੂੰ ਹਲੇ ਇਸ ਚੀਜ਼ ਦੇ ਉੱਤੇ ਹੋਰ ਸਾਨੂੰ ਸਮਝਾ ਰਹੇ ਹਨ ਕਿ ਸੂਖੇ ਸਰਵਰ ਪਾਲ ਬੰਧਾਵੈ, ਲੂਣੈ ਖੇਤ ਹਥਵਾਰ ਕਰੈ। ਜਿਹੜਾ ਸਰਵਰ ਤੋਂ ਭਾਵ ਤਲਾਅ ਦੇ ਵਿੱਚ ਜਦੋਂ ਪਾਣੀ ਨਹੀਂ ਰਹਿ ਜਾਂਦਾ, ਉਹ ਸੁੱਕ ਜਾਂਦਾ ਹੈ। ਤੇ ਮੰਨ ਲਓ ਮਨੁੱਖ ਉਹਦੇ ਵਿੱਚ ਵੱਟਾਂ ਬਣਾਉਣੀਆਂ ਸ਼ੁਰੂ ਕਰ ਦੇ। ਵੱਟਾਂ ਅਸੀਂ ਕਦੋਂ ਬਣਾਉਂਦੇ ਆ? ਜਦੋਂ ਅਸੀਂ ਪਾਣੀ ਦੇ ਕਿਸੇ ਸੋਰਸ ਤੋਂ ਆਪਣੇ ਖੇਤਾਂ ਤੱਕ ਪਾਣੀ ਲਿਜਾਣਾ ਹੁੰਦਾ ਤੇ ਰਾਹ ਬਣਾਉਣ ਲਈ ਅਸੀਂ ਵੱਟਾਂ ਬੰਨ੍ਹਦੇ ਆ ਤਾਂ ਕਿ ਉਹ ਵੱਟਾਂ ਦੇ ਵਿੱਚੋਂ ਲੰਘ ਕੇ ਪਾਣੀ ਜਿੱਥੇ ਸਾਨੂੰ ਚਾਹੀਦਾ ਉੱਥੇ ਪਹੁੰਚ ਜਾਵੇ। ਹੁਣ ਬੰਦਾ ਵੱਟਾਂ ਤਾਂ ਬੰਨੀ ਜਾ ਰਿਹਾ ਕਿ ਪਾਣੀ ਮੇਰਾ ਬਚ ਜਾਏ, ਮੇਰਾ ਪਾਣੀ ਖਿਲਰੇ ਨਾ, ਜਿੱਥੇ ਮੈਨੂੰ ਚਾਹੀਦਾ ਮੈਂ ਉੱਥੇ ਲੈ ਜਾਵਾਂ, ਆਪਣੇ ਹਿਸਾਬ ਦੇ ਨਾਲ ਲੈ ਜਾਵਾਂ। ਪਰ ਸਰੋਵਰ ਦੇ ਵਿੱਚ ਤਾਂ ਪਾਣੀ ਹੈ ਹੀ ਕੋਈ ਨਹੀਂ। ਉਸ ਤੋਂ ਬਾਅਦ ਜਦੋਂ ਬੰਦਾ ਯਤਨ ਕਰਦਾ ਹੈ ਆਪਣੀ ਮੱਤ ਦੇ ਨਾਲ, ਤੇ ਫਿਰ ਉਹ ਯਤਨ ਐਸੇ ਹੀ ਹੁੰਦੇ ਹਨ ਕਿ ਸਰੋਵਰ ਤਾਂ ਸੁੱਕਿਆ ਪਿਆ ਹੈ। ਹੁਣ ਜੀਵਨ ਦਾ ਜੋਸ਼ ਜਿਹੜਾ ਉਹ ਠੰਡਾ ਪੈ ਗਿਆ ਹੈ, ਸਮੁੰਦਰ ਸੁੱਕ ਗਿਆ ਹੈ, ਸਰੀਰ ਦਾ ਬਲ ਖਤਮ ਹੋ ਗਿਆ ਹੈ, ਹੁਣ ਅੰਤ ਸਾਹਮਣੇ ਹੈ ਤੇ ਉਦੋਂ ਵੀ ਉਹ ਆਹਰ ਕਰਦਾ ਫਿਰਦਾ ਹੈ। ਆਹਰ ਕੀ ਕਰਦਾ ਹੈ ਕਿ ਇਸ ਸਰੋਵਰ ਦਾ ਪਾਣੀ, ਮੇਰੇ ਜਿਹੜਾ ਜੀਵਨ ਦਾ ਜੋਸ਼ ਹੈ, ਬਲ ਹੈ, ਇਹਨੂੰ ਮੈਂ ਕਿਸ ਪਾਸੇ ਨੂੰ ਡਾਇਰੈਕਸ਼ਨ ਦੇਣੀ ਹੈ ਤੇ ਕੀ ਕੰਮ ਕਰਨਾ। ਲੂਣੈ ਖੇਤ ਹੱਥ ਵਾਰ ਕਰੈ। ਹੁਣ ਬਚਾਉਣ ਲਈ ਬਚਿਆ ਹੀ ਕੀ ਸੀ ਜਿਹਨੂੰ ਬਚਾ ਰਿਹਾ ਹੈ? ਤੇ ਦੂਜੀ ਉਦਾਹਰਨ ਦੇ ਦਿੱਤੀ ਕਿ ਇੱਕ ਖੇਤ ਜਿਹਦੇ ਵਿੱਚੋਂ ਫਸਲ ਕੱਟੀ ਗਈ ਹੋਵੇ ਤੇ ਕੋਈ ਕਿਸਾਨ ਉਹਦੇ ਆਲੇ ਦੁਆਲੇ ਵਾੜ ਕਰਦਾ ਫਿਰੇ, ਆਪ ਹੀ ਮਿਹਨਤ ਕਰਦਾ ਫਿਰੇ ਕਿ ਮੈਂ ਇਹਦੇ ਆਲੇ ਦੁਆਲੇ ਵਾੜ ਕਰਨੀ ਹੈ, ਤਾਂ ਉਹ ਕਿੱਧਰ ਦੀ ਸਿਆਣਪ ਦੀ ਗੱਲ। ਹੁਣ ਹੋ ਤਾਂ ਅਸੀਂ ਕਰ ਤਾਂ ਇਹੀ ਰਹੇ ਹਾਂ। ਸਰੀਰ ਸਾਡੇ ਜਦੋਂ ਬਲਹੀਨ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਅਸੀਂ ਤਰ੍ਹਾਂ ਦੇ ਤਰੀਕਿਆਂ ਨਾਲ ਇਹ ਕੋਸ਼ਿਸ਼ਾਂ ਕਰਦੇ ਹਾਂ ਕਿ ਸਾਡਾ ਸਰੀਰ ਦੁਬਾਰਾ ਬਲ ਪ੍ਰਾਪਤ ਕਰ ਲਵੇ। ਅਸੀਂ ਹਰ ਤਰ੍ਹਾਂ ਦੀਆਂ ਹੈਲਥ ਸਾਇੰਸ ਦੀਆਂ,
ਫਿਟਨੈਸ ਦੀਆਂ, ਇਹ ਸਾਰੀਆਂ ਗੱਲਾਂ ਕਰਦੇ ਹਾਂ ਕਿ ਸਾਡਾ ਸਰੀਰ ਫਿਰ ਉੱਥੇ ਹੀ ਪਹੁੰਚ ਜਾਵੇ ਤੇ ਫਿਰ ਮੈਂ ਜੋ ਚਾਹਾਂ ਉਹ ਕਰ ਸਕਾਂ। ਦੁਨੀਆ ਦੇ ਵਿੱਚ ਮੈਂ ਜਿਵੇਂ ਅੱਗੇ ਜੋਸ਼ ਦੇ ਨਾਲ ਵਿਚਰਦਾ ਸਾਂ, ਜੋ ਕੰਮ ਕਰਦਾ ਸਾਂ, ਸਿਰਫ ਇਹ ਹੀ ਨਹੀਂ ਮੈਂ ਜਵਾਨੀ ਇਹ ਲੱਗੇ ਲੋਕਾਂ ਨੂੰ ਦੇਖਣ ਤੋਂ ਵੀ ਲੱਗੇ ਕਿ ਮੈਂ ਜਵਾਨ ਹਾਂ, ਇਹ ਵੀ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ। ਹੁਣ ਇਹਦਾ ਅਰਥ ਇਹ ਨਹੀਂ ਕਿ ਆਪਣੇ ਸਰੀਰ ਦਾ ਅਸੀਂ ਧਿਆਨ ਨਹੀਂ ਰੱਖਣਾ, ਪਰ ਉਹ ਸਾਡੇ ਅਟੈਂਸ਼ਨ ਦਾ, ਸਾਡੇ ਯਤਨਾਂ ਦਾ ਕੇਵਲ ਇੱਕ ਹਿੱਸਾ ਤਾਂ ਹੋ ਸਕਦਾ ਹੈ ਜਦੋਂ ਸਾਰੀ એનર્ਜੀ ਸਾਡੀ ਸਿਰਫ ਇਸੇ ਚੀਜ਼ ਉੱਤੇ ਲੱਗੀ ਹੋਵੇ ਕਿ ਮੈਂ ਕਿਸੇ ਤਰ੍ਹਾਂ ਜਗਤ ਸਾਨੂੰ ਉਸੇ ਤਰ੍ਹਾਂ ਹੀ ਦੇਖੇ ਜਿਵੇਂ ਉਹ ਜਵਾਨੀ ਦੇ ਵਿੱਚ ਦੇਖਦਾ ਸੀ, ਮੇਰੇ ਵਿੱਚ ਉਸੇ ਤਰ੍ਹਾਂ ਦਾ ਜੋਸ਼ ਹੋਵੇ। ਤਾਂ ਇਹ ਜਿਹੜੇ ਯਤਨ ਹਨ, ਉਹ ਸੁੱਕੇ ਸਰਵਰ ਪਾਲ ਬੰਧਾਵੈ, ਲੂਣਾ ਖੇਤ ਹੱਥ ਵਾਰ ਕਰੈ, ਕਿਉਂਕਿ ਸੱਚਾਈ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ। ਹੁਣ ਸਮਾਂ ਤੇ ਉਹ ਆ ਰਿਹਾ ਇਸ ਜੀਵਨ ਦੀ ਲੀਲਾ ਦੀ ਸਮਾਪਤੀ ਦਾ, ਤੇ ਅਸੀਂ ਉਹਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ 'ਚ ਅਸੀਂ ਕਿਵੇਂ ਸਫਲ ਹੋ ਸਕਦੇ? ਆਇਓ ਚੋਰ ਤੁਰੰਤੈ ਲੈ ਗਇਓ, ਮੇਰੀ ਰਾਖਤ ਮੁਗਧ ਫਿਰੈ। हे बेवकूफ इंसान, हे मूर्ख इंसान, ਤੂੰ ਇਸ ਸੱਚਾਈ ਤੋਂ ਮੂੰਹ ਮੋੜ ਕੇ ਕਿ ਤੇਰਾ ਹੁਣ ਉਹ ਸਮਾਂ ਜਾਣ ਦਾ ਆ ਗਿਆ ਹੈ, ਬਜਾਏ ਇਸ ਦੇ ਕਿ ਤੂੰ ਇਸ ਚੀਜ਼ ਦੇ ਪ੍ਰਤੀ ਕੌਨਸ਼ੀਅਸ ਹੋ ਕੇ ਕੁਝ ਸੋਚਣਾ ਸ਼ੁਰੂ ਕਰੇ ਕਿ ਮੈਂ ਕੀ ਕਮਾਣਾ ਸੀ ਤੇ ਕੀ ਕਮਾਇਆ ਹੈ ਤੇ ਮੈਨੂੰ ਅੱਗੋਂ ਕੀ ਕਰਨਾ ਚਾਹੀਦਾ ਹੈ। ਇਹ ਸੋਚਣ ਦੀ ਥਾਂ ਦੇ ਉੱਤੇ ਤੂੰ ਘੜੀ ਨੂੰ ਪਿਛਲੇ ਪਾਸੇ ਨੂੰ ਮੋੜਨ ਤੇ ਹੀ ਲੱਗਾ ਹੋਇਆ ਹੈ ਕਿ ਮੈਂ ਸ਼ਾਇਦ ਫੇਰ ਜਵਾਨ ਹੋ ਜਾਵਾਂਗਾ, ਮੈਂ ਫੇਰ ਉਨੇ ਹੀ ਬਲ ਵਾਲਾ ਹੋ ਜਾਵਾਂਗਾ, ਉਨੇ ਹੀ ਜੋਸ਼ ਵਾਲਾ ਹੋ ਜਾਵਾਂਗਾ, ਜਾਂ ਕਹਿ ਲਈਏ ਕਿ ਮੇਰੇ ਅੰਦਰ ਉਨਾ ਹੀ ਸਭ ਕੁਝ ਆ ਜਾਏਗਾ ਜਿਵੇਂ ਮੇਰਾ ਜਵਾਨੀ ਦੇ ਵਿੱਚ ਸੀ, ਤੇ ਮੈਂ ਫੇਰ ਉਸੇ ਤਰ੍ਹਾਂ ਹੀ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਮੈਂ ਜਵਾਨੀ 'ਚ ਕੀਤੀਆਂ ਨੇ ਉਹ ਦੁਬਾਰਾ ਕਰਾਂ। ਤਾਂ ਐਸੇ ਇਨਸਾਨ ਨੂੰ ਕਬੀਰ ਜੀ ਮੁਗਧ ਕਹਿ ਰਹੇ। ਇਹ ਤੈਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਇਹ ਸੱਚਾਈ ਨੇ ਆ ਕੇ ਤੇਰੇ ਸਿਰ ਤੇ ਬਹਿ ਜਾਣਾ। ਆਇਓ ਚੋਰ ਤੁਰੰਤੈ ਲੈ ਗਏ, ਉਹ ਚੋਰ ਵਾਂਗ ਆ ਕੇ ਤੇ ਤੈਨੂੰ ਲੈ ਜਾਣਾ ਉਹਨੇ, ਤੇ ਤੈਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਆਇਆ ਤੇ ਕਦੋਂ ਤੈਨੂੰ ਲੈ ਗਿਆ ਤੇ ਕਦੋਂ ਤੂੰ ਤੁਰ ਗਿਆ। ਤੇ ਯਤਨ ਤੂੰ ਇਹ ਕਰਦਾ ਪਿਆ ਕਿ ਮੈਂ ਉਸੇ ਅਵਸਥਾ ਦੇ ਉੱਤੇ ਪਹੁੰਚ ਜਾਵਾਂ ਜਿੱਥੇ ਮੈਂ ਪਹਿਲਾਂ ਸੀ। ਇਸ ਤੋਂ ਵੱਡੀ ਬੇਵਕੂਫੀ ਕੀ ਹੋ ਸਕਦੀ ਹੈ? ਹੁਣ ਇੱਥੇ ਕਬੀਰ ਜੀ ਜਿਹੜਾ ਸਾਨੂੰ ਦੇ ਰਹੇ ਹਨ, ਸਾਡੀ ਅਵਸਥਾ ਦਾ ਜੋ ਡਿਸਕ੍ਰਿਪਸ਼ਨ ਦੇ ਰਹੇ ਹਨ ਸਾਨੂੰ, ਇੱਥੇ ਸਾਡੇ ਮਾਨਸਿਕ, ਸਾਡੀ ਸੋਚ ਦੀ ਡਿਸਕ੍ਰਿਪਸ਼ਨ ਦੇ ਰਹੇ ਹਨ। ਇਹ ਵੀ ਮੇਰੀ ਦਾ ਹੀ ਇੱਕ ਪੱਖ ਹੈ। ਮੇਰੀ ਸਿਰਫ ਪਦਾਰਥਕ ਚੀਜ਼ਾਂ ਦੀ ਪਕੜ ਜਾਂ ਉਹਨਾਂ ਦਾ ਮੋਹ ਨਹੀਂ ਹੈ, ਇਹ ਆਪਣੀ ਹਉਮੈ ਵੀ ਹੈ, ਆਪਣੀ ਮਤ ਦੀ ਹਉਮੈ ਹੈ, ਆਪਣੀ ਸਮਝ ਦੀ ਹਉਮੈ ਹੈ, ਆਪਣੇ ਸਰੀਰ ਦੇ ਬਲ ਦੀ ਹਉਮੈ ਹੈ। ਇਹ ਇਹਦੇ ਮਲਟੀਫੇਰੀਅਸ ਅਰਥ ਹਨ ਜਦੋਂ ਕਬੀਰ ਜੀ ਮੇਰੀ ਕਹਿ ਰਹੇ ਹਨ। ਹਾਲਾਂਕਿ ਸਾਨੂੰ ਟੀਕਿਆਂ ਦੇ ਵਿੱਚ ਅਰਥ ਤਾਂ ਇਹ ਪਦਾਰਥਕ ਤੌਰ ਤੇ ਕੀਤੇ ਗਏ ਮਿਲਦੇ ਹਨ, ਪਰ ਇਹ ਵੀ ਉਹਦੇ ਨਾਲ ਹੀ ਹਨ ਕਿ ਅਸੀਂ ਕਿ ਇਹਦੇ ਨਾਲ ਹੀ ਅਸੀਂ ਇਹ ਵੀ ਨਹੀਂ ਸੋਚਦੇ ਕਿ ਮੇਰਾ ਸਿਰਫ ਸਰੀਰਕ ਬਲ ਹੀ ਖੀਨ ਨਹੀਂ ਹੋਇਆ, ਮੇਰਾ ਮਾਨਸਿਕ ਬਲ, ਮੇਰੀ ਸੋਚ, ਇਹ ਵੀ ਹੁਣ ਦਿਨੋਂ ਦਿਨ ਖੀਨ ਹੁੰਦੀ ਜਾ ਰਹੀ ਹੈ। ਅਸੀਂ ਕਿੰਨੇ ਯਤਨ ਕਰੀਏ, ਇਹਨੇ ਢਲਾਨ ਦੇ ਉੱਤੇ ਹੈ, ਡਾਊਨ ਹਿਲ ਹੈ, ਤੇ ਇਹਨੇ ਡਾਊਨ ਹਿਲ ਜਾਣਾ ਹੀ ਹੈ। ਤੇ ਫਿਰ ਸਾਡੀ ਅਵਸਥਾ ਉਹੀ ਬਣਨੀ ਹੈ ਕਿ ਇੱਕ ਦਿਨ ਉਹ ਆ ਜਾਏਗਾ ਕਿ ਸਾਡੇ ਅੰਦਰ ਦਾ ਜੋਸ਼ ਖਤਮ ਹੋ ਗਿਆ, ਬਾਹਾਂ ਦਾ ਬਲ ਖਤਮ ਹੋ ਗਿਆ, ਤੇ ਫਿਰ ਸਾਡੇ ਅੰਦਰ ਕੋਈ ਕੰਮ ਨੂੰ ਕਰਨ ਦੀ ਹਿੰਮਤ ਵੀ ਨਹੀਂ ਰਹਿੰਦੀ। ਹੁਣ ਕਬੀਰ ਜੀ ਅੱਗੇ ਇਸ ਅਵਸਥਾ ਨੂੰ ਹੋਰ ਥੋੜਾ ਜਿਹਾ ਐਕਸਪਲੇਨ ਕਰਦੇ ਹਨ ਕਿ ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਾ। ਚਰਨ ਪੈਰ ਸੀਸ ਸਿਰ ਤੇ ਕਰ ਹੱਥ। ਇੱਕ ਵਕਤ ਆਂਦਾ ਹੈ ਜਦੋਂ ਇਨਸਾਨ ਦਾ ਆਪਣਾ ਕੰਟਰੋਲ ਆਪਣੇ ਸਰੀਰ ਦੇ ਅੰਗਾਂ ਦੇ ਉੱਤੇ ਨਹੀਂ ਰਹਿ ਜਾਂਦਾ। ਕਦਮ ਕਿਸ ਪਾਸੇ ਨੂੰ ਪੁੱਟਦਾ ਹੈ ਤੇ ਜਾਂਦਾ ਕਿਸ ਪਾਸੇ ਹੈ, ਸੀਸ ਕਿੱਧਰ ਨੂੰ ਘੁੰਮਣਾ ਹੈ ਤੇ ਘੁੰਮ ਕਿੱਧਰ ਜਾਂਦਾ ਹੈ, ਹੱਥ ਕੰਬਦੇ ਹਨ, ਕਿਸੇ ਚੀਜ਼ ਦੇ ਉੱਤੇ ਕੰਟਰੋਲ ਨਹੀਂ ਹੈ। ਨੈਣੀ ਨੀਰ ਅਸਾਰ ਬਹਿ। ਅਸਾਰ ਦਾ ਅਰਥ ਹੈ ਕਿ ਆਪਣੇ ਆਪ ਹੀ ਵਹਿਣ ਲੱਗ ਜਾਂਦਾ, ਬਿਨਾਂ ਕਿਸੇ ਕਾਰਨ ਦੇ, ਰੋਕਿਆ ਨਹੀਂ ਰੁਕਦਾ, ਲਗਾਤਾਰ ਵਗੀ ਜਾ ਰਿਹਾ ਪਾਣੀ, ਵਗੀ ਜਾ ਰਿਹਾ। ਇਹ ਇੱਕ ਅਵਸਥਾ ਸਰੀਰ ਦੀ ਅਸੀਂ ਦੇਖਦੇ ਹਾਂ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਵਿੱਚ, ਸਮਾਜ ਵਿੱਚ, ਕਿ ਇਹ ਅਵਸਥਾ ਵੀ ਆ ਜਾਂਦੀ ਹੈ ਜਦੋਂ ਇਨਸਾਨ ਦਾ ਆਪਣੇ ਸਰੀਰ ਦੇ ਉੱਤੇ, ਸਰੀਰਕ ਕਿਰਿਆਵਾਂ ਦੇ ਉੱਤੇ ਕੋਈ ਕੰਟਰੋਲ ਨਹੀਂ ਰਹਿੰਦਾ। ਫਿਰ ਪਰਿਵਾਰ ਉਹਨੂੰ ਸਾਂਭਦਾ ਹੈ,
ਜਾਂ ਹੋਰ ਲੋਕ ਸਾਂਭਦੇ ਹਨ, ਤਾਂ ਫਿਰ ਉਹ ਅਵਸਥਾ ਵੀ ਸਾਡੇ ਸਾਹਮਣੇ ਹੈ। ਹੁਣ ਤੇ ਉਹ ਦਿਸਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਜਦੋਂ ਬੁਢਾਪਾ ਆ ਗਿਆ, ਸਿਰ ਕੰਪਿਓ, ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਕੇ ਬਿਦ ਭਈ ਤਉ ਨਾ ਹਰ ਰਸ ਲਈ। ਤਾਂ ਵੀ ਆਪਣੇ ਜੀਵਨ ਮਨੋਰਥ ਵੱਲ ਤੇਰਾ ਕੋਈ ਧਿਆਨ ਨਹੀਂ ਹੈ। ਸਿਰ ਕੰਬ ਰਿਹਾ, ਪੈਰ ਡਗਮਗਾ ਰਹੇ ਨੇ, ਨੈਣਾਂ ਦੇ ਵਿੱਚੋਂ ਦਿਸਣਾ ਬੰਦ ਹੋ ਗਿਆ। ਤਾਂ ਇਹ ਕਬੀਰ ਜੀ ਨੇ ਸਾਡੇ ਜੋ ਬਿਰਧ ਅਵਸਥਾ ਤੱਕ ਦੀ ਗੱਲ ਕੀਤੀ ਹੈ। ਭਾਵ ਬਚਪਨ ਤੋਂ ਲੈ ਕੇ ਹੁਣ ਤੱਕ ਕਬੀਰ ਜੀ ਨੇ ਸਾਡੀ ਅਵਸਥਾ ਡਿਸਕ੍ਰਾਈਬ ਕਰਕੇ ਸਾਨੂੰ ਇੱਕ ਕਿਸਮ ਨਾਲ ਕਹੀਏ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਈ ਦੇਖ, ਇਹ ਤੇਰੀ ਅਵਸਥਾ ਬਣਨੀ ਹੀ ਬਣਨੀ ਹੈ, ਇਹ ਆਉਣੀ ਹੀ ਆਉਣੀ ਹੈ ਸਾਰਿਆਂ ਦੇ ਉੱਤੇ। ਜੇਵਾ ਬਚਨ ਸੁਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੇ। ਹੁਣ ਜ਼ੁਬਾਨ ਤੋਂ ਬੋਲਦਾ ਹੈ ਪਰ ਸੁਣਨ ਵਾਲੇ ਨੂੰ ਗੱਲ ਨਹੀਂ ਸਮਝ ਲੱਗਦੀ। ਸੁਧ ਨਹੀਂ ਨਿਕਸੈ, ਜੀਭ ਤੋਂ ਕੋਈ ਸਾਫ਼ ਲਫ਼ਜ਼ ਹੀ ਨਹੀਂ ਨਿਕਲਦਾ। ਤੇ ਹੇ ਮੂਰਖਾ, ਤੂੰ ਹੁਣ ਇਹ ਸਾਰਾ ਕੁਝ ਹੋ ਗਿਆ ਤੇ ਹੁਣ ਕਹਿੰਦਾ ਕਿ ਹੁਣ ਮੈਂ ਧਰਮ ਦੀ ਗੱਲ ਕਰਨੀ ਹੈ। ਇਹ ਕਿਹੜਾ ਵਕਤ ਹੈ? ਅਨੇਕਾਂ ਵਾਰ ਸਾਨੂੰ ਗੁਰਬਾਣੀ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਸਾਨੂੰ ਇਹਦੇ ਬਾਰੇ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਗਤ ਭੀਖਨ ਜੀ ਵੀ ਰਾਗ ਸੋਰਠ ਦੇ ਵਿੱਚ ਫਰਮਾਉਂਦੇ ਹਨ, ਨੈਣੋ ਨੀਰ ਬਹੈ ਤਨ ਖੀਨਾ, ਭਏ ਕੇਸ ਦੁਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਾਂ ਪਰਾਨੀ। ਇਹ ਬਿਲਕੁਲ ਇਹੀ ਅਵਸਥਾ ਜਿਹੜੀ ਕਬੀਰ ਜੀ ਨੇ ਡਿਸਕ੍ਰਾਈਬ ਕੀਤੀ ਹੈ। ਭੀਖਨ ਜੀ ਵੀ ਉਹੀ ਕਹਿ ਰਹੇ ਹਨ ਕਿ ਨੈਣਾ ਦੇ ਵਿੱਚੋਂ ਨੀਰ ਵਹੀ ਜਾ ਰਿਹਾ ਹੈ, ਤਨ ਕਮਜ਼ੋਰ ਹੋ ਗਿਆ, ਕੇਸ ਦੁਧਵਾਨੀ, ਦੁੱਧ ਵਰਗੇ ਹੋ ਗਏ ਹਨ, ਕੰਠ ਦੇ ਵਿੱਚੋਂ ਸ਼ਬਦ ਨਹੀਂ ਉਚਰਿਆ ਜਾ ਰਿਹਾ। ਤੇ ਹੁਣ ਤੂੰ ਜੀਵਨ ਦਾ ਅਸਲ ਮਨੋਰਥ ਪ੍ਰਾਪਤ ਕਰਨ ਦੀ ਅਗਰ ਯਤਨ ਕਰੇਗਾ ਤਾਂ ਅਬ ਕਿਆ ਕਰਾਂ ਪਰਾਨੀ। ਇਹ ਟਾਈਮ ਹੈ। ਸ੍ਰੀ ਰਾਗ ਦੇ ਵਿੱਚ ਵੀ ਸਤਿਗੁਰੂ ਜੀ ਸਾਨੂੰ ਫਰਮਾ ਕੇ ਸਮਝਾਉਂਦੇ ਹਨ, ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਸਮਝਾਇਆ ਹੈ ਕਿ ਚੌਥਾ ਪਹਿਰਾ ਰੈਣ ਕੈ ਵਣਜਾਰਿਆ ਮਿੱਤਰਾ, ਬਿਰਧ ਭਇਆ ਤਨ ਖੀਨ। ਉਹਨੇ ਬੁਢਾਪੇ ਦਾ ਸਮਾਂ ਆ ਗਿਆ, ਵਣਜਾਰਿਆ, ਤੂੰ ਵਣਜ ਕਰਨ ਆਇਆ ਸੈਂ, ਕੁਝ ਪ੍ਰਾਪਤ ਕਰਨ ਆਇਆ ਸੈਂ ਇੱਥੇ। ਇਹ ਤਨ ਜਿਹੜਾ ਹੈਗਾ, ਬਿਰਧ ਭਇਆ ਤਨ ਖੀਨ, ਬਿਲਕੁਲ ਕਮਜ਼ੋਰ ਹੋ ਗਿਆ। ਅੱਖੀ ਅੰਧ ਨਾ ਦੀਸਈ ਵਣਜਾਰਿਆ ਮਿੱਤਰਾ, ਕੰਨੀ ਸੁਣੇ ਨਾ ਮੈਂ। ਹੁਣ ਨਾ ਅੱਖਾਂ ਵਿੱਚੋਂ ਸੁਣਦਾ, ਨਾ ਕੰਨਾਂ ਵਿੱਚੋਂ ਸੁਣਦਾ। ਅੱਖੀ ਅੰਧ ਜੀਬ ਰਸ ਨਾਹੀ, ਰਹੇ ਪਰਾਕੋ ਤਾਣਾ। ਪਰਾਕੋ ਭਾਵ ਜਿਹੜਾ ਸਰੀਰ ਦਾ ਪਰਾਕਰਮ ਹੈ, ਤਾਣ ਹੈ। ਤੇ ਤਾਣ ਅੱਗੇ ਤਾਣਾ ਲਿਖਿਆ, ਮਤਲਬ ਜਿਹੜਾ ਬਲ ਹੈ ਸਰੀਰ ਦਾ, ਇਹ ਵੀ ਖਤਮ ਹੋ ਗਿਆ। ਗੁਣ ਅੰਤਰ ਨਾਹੀ ਕਿਉਂ ਸੁਖ ਪਾਵੈ। ਹੁਣ ਅੰਤਰ ਤਾਂ ਗੁਣ ਨਹੀਂ ਹੈਗੇ। ਜਿਹੜੇ ਗੁਣ ਧਾਰਨ ਕਰਨਾ ਸਾਡਾ ਜੀਵਨ ਮਨੋਰਥ ਸੀ, ਪ੍ਰਭੂ ਨਾਲ ਜੁੜ ਕੇ ਪ੍ਰਭੂ ਦੇ ਗੁਣਾਂ ਨੂੰ ਅੰਤਰ ਵਸਾਉਣਾ ਤੇ ਉਹਨਾਂ ਨੂੰ ਧਾਰਨ ਕਰਨਾ। ਗੁਣ ਅੰਤਰ ਨਾਹੀ, ਉਹ ਤਾਂ ਹੈ ਨਹੀਂ। ਕਿਉਂ ਸੁਖ ਪਾਵੈ, ਸੁਖ ਕਿੱਥੋਂ ਪ੍ਰਾਪਤ ਹੋਏਗਾ? ਸੁਖ ਤਾਂ ਗੁਣਾਂ ਨਾਲ ਹੀ ਮਿਲਣਾ। ਮਨਮੁਖ ਆਉਣ ਜਾਣਾ, ਖੜ ਪੱਕੀ ਕੜ ਭੱਜੈ ਬਿਨਸੈ। ਜਦੋਂ ਕਣਕ ਪੱਕ ਜਾਂਦੀ ਹੈ ਤਾਂ ਜਿਹੜੀ ਉਹਦੀ ਨਾੜ ਹੁੰਦੀ ਹੈ ਉਹ ਇੱਕਦਮ ਪੱਕੀ ਹੁੰਦੀ ਹੈ, ਉਹਨੂੰ ਜ਼ਰਾ ਕੁ ਬੈਂਡ ਕਰੋ ਤੇ ਟੁੱਟ ਜਾਂਦੀ ਹੈ। ਪੱਕੀ ਚੀਜ਼ ਦੇ ਵਿੱਚ ਫਿਰ ਜਾਨ ਨਹੀਂ ਰਹਿ ਜਾਂਦੀ, ਉਹ ਮੁੜਦੀ ਨਹੀਂ, ਟੁੱਟਦੀ ਹੈ। ਖੜ ਪੱਕੀ ਕੜ ਭੱਜੈ ਬਿਨਸੈ, ਆਏ ਚਲੇ ਕਿਆ ਮਾਨ, ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ, ਗੁਰਮੁਖ ਸ਼ਬਦ ਪਛਾਣ। ਹੁਣ ਅਸਲ ਗੱਲ ਤਾਂ ਇਹ ਸੀ ਕਿ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਕੇ, ਸ਼ਬਦ ਦੇ ਨਾਲ ਜੁੜ ਕੇ, ਗੁਰੂ ਦੀ ਸ਼ਰਨ ਪੈ ਕੇ, ਇਹ ਮਤ ਗ੍ਰਹਿਣ ਕਰਕੇ ਅੰਦਰ ਗੁਣ ਧਾਰਨ ਕਰਦਾ। ਇਹ ਜੋ ਜਰਨੀ ਸੀ ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨ ਕਰਨ ਦੀ, ਅਕਾਲ ਪੁਰਖ ਨਾਲ ਜੁੜ ਕੇ, ਉਹਦੇ ਨਾਮ ਨਾਲ ਜੁੜ ਕੇ, ਉਹ ਤੇ ਅਸੀਂ ਮੇਰੀ ਕਰਦੇ ਹਾਂ, ਵਿਅਰਥ ਗਵਾ ਦਿੱਤੀ, ਜਨਮ ਗਏ। ਤਾਂ ਫਿਰ ਹੁਣ ਆਖਰੀ ਉਮਰ ਦੇ ਵਿੱਚ ਅਸੀਂ ਕਹੀਏ ਵੀ ਅਸੀਂ ਕੁਝ ਕਰ ਲਵਾਂਗੇ, ਤਾਂ ਨਹੀਂ, ਇਹ ਕਦੀ ਨਹੀਂ ਹੋ ਸਕਦਾ। ਇਹਦਾ ਸਮਾਂ ਜਿਹੜਾ ਹੈ ਉਹ ਤਾਂ ਉਹ ਸੀ ਜਦੋਂ ਸਾਡੇ ਸਰੀਰ ਦੇ ਵਿੱਚ ਤਾਣ ਸੀ, ਹਿੰਮਤ ਸੀ। ਤਾਂ ਫਿਰ ਕੀਤਾ ਕੀ ਜਾਵੇ? ਅਸੀਂ, ਇਹ ਕਬੀਰ ਜੀ ਨੇ ਸਾਡੇ ਸਾਹਮਣੇ ਨਕਸ਼ਾ ਖਿੱਚ ਦਿੱਤਾ ਕਿ ਭਾਈ ਇਹ ਸਮਾਂ ਤੇਰੇ ਤੇ ਆਉਣ ਵਾਲਾ ਹੈ। ਅੱਜ ਤੂੰ ਹੈਲਦੀ ਹੈ, ਤੇਰਾ ਦਿਮਾਗ ਚੱਲਦਾ ਹੈ, ਤੇਰੇ ਸਰੀਰ ਦੇ ਅੰਗ ਚੱਲਦੇ ਨੇ, ਤੇਰਾ ਉਹਨਾਂ ਦੇ ਉੱਤੇ ਕੰਟਰੋਲ ਹੈ।
ਪਰ ਇਹ ਨਕਸ਼ਾ ਉਹਨਾਂ ਨੇ ਸਾਡੇ ਸਾਹਮਣੇ ਬਿਲਕੁਲ ਜਿਸ ਤਰ੍ਹਾਂ ਕਹਿੰਦੇ ਨੇ ਚਿੱਤਰ ਖਿੱਚ ਕੇ ਦਿਖਾ ਦਿੱਤਾ, ਫਿਲਮ ਚਲਾ ਕੇ ਦਿਖਾ ਦਿੱਤੀ ਹੈ ਕਬੀਰ ਜੀ ਨੇ, ਕਿ ਭਾਈ ਜੇ ਤੂੰ ਮੇਰੀ ਮੇਰੀ ਕਰਤੇ ਜਨਮ ਗਏ, ਜੇ ਮੇਰੀ ਮੇਰੀ ਦੇ ਵਿੱਚ ਲੱਗਾ ਰਹੇਗਾ, ਆਪਣੇ ਮਨ ਦੇ ਪਿੱਛੇ ਹੀ ਆਪਣੇ ਜੀਵਨ ਨੂੰ ਬਿਤਾਉਂਦਾ ਰਹੇਗਾ, ਜੋ ਮਨ ਕਹੇਗਾ ਉਹ ਕਰਦਾ ਰਹੇਗਾ, ਤਾਂ ਫਿਰ ਇਸ ਹਾਲ ਤੱਕ ਤਾਂ ਅਵਸ਼ ਪਹੁੰਚਣਾ। ਹੁਣ ਅਸੀਂ ਇਸ ਸਾਰੇ ਜੀਵਨ ਚੋਂ ਖੱਟਦੇ ਕੀ ਹਾਂ ਕਿ ਜੀਵਨ ਸਫਲ ਕਰਨ ਦਾ ਜਿਹੜਾ ਆਹਰ ਹੈ ਉਹ ਤਾਂ ਅਸੀਂ ਕੀਤਾ ਨਹੀਂ, ਪਰ ਇਸ ਅਵਸਥਾ ਤੱਕ ਪਹੁੰਚ ਕੇ ਵੀ ਅਕਸਰ ਸਾਡੀ ਅਵਸਥਾ ਇਹ ਹੁੰਦੀ ਹੈ ਕਿ ਅਸੀਂ ਉਹ ਮੇਰੀ ਮੇਰੀ ਜੀਵਨ ਵਾਲੇ ਨੂੰ, ਜਿਹੜਾ ਜਿਸ ਜੀਵਨ ਨੂੰ ਜੀ ਕੇ ਸਾਨੂੰ ਅਸਲ ਦੇ ਵਿੱਚ ਕੁਝ ਪ੍ਰਾਪਤ ਨਹੀਂ ਹੋਇਆ, ਜੀਵਨ ਮਨੋਰਥ ਪ੍ਰਾਪਤ ਨਹੀਂ ਹੋਇਆ, ਅਸੀਂ ਉਹਨੂੰ ਹੀ ਪ੍ਰੋਲੋਂਗ ਕਰਨ ਦਾ ਯਤਨ ਕਰ ਰਹੇ। ਜੋ ਪਹਿਲਾਂ ਕੀਤਾ ਅਸੀਂ ਚਾਹੁੰਦੇ ਹਾਂ ਅਸੀਂ ਉਹ ਹੋਰ ਕਰਦੇ ਰਹੀਏ, ਪਰ ਉਹ ਤਾਂ ਫਾਇਦਾ ਨਹੀਂ ਨਾ ਉਹਦਾ ਕੋਈ। ਜੇ ਅਸੀਂ ਉਹਨੂੰ ਪ੍ਰੋਲੋਂਗ ਵੀ ਕਰ ਲਵਾਂਗੇ ਤਾਂ ਵੀ ਇਹ ਅਵਸਥਾ ਤੇ ਫਿਰ ਵੀ ਆਣੀ ਹੈ, ਚਾਰ ਦਿਨ ਬਾਅਦ ਵਿੱਚ ਆ ਜਾਏਗੀ, ਇਹ 4 ਦਿਨ ਪਹਿਲੇ ਆਏਗੀ, ਉਹਦੇ ਨਾਲ ਕਿੰਨਾ ਕੁ ਫਰਕ ਪਏਗਾ। ਅਸਲ ਤਾਂ ਗੱਲ ਇਹ ਸੀ ਕਿ ਕੀ ਅਸੀਂ ਇਹ ਸਾਰਾ ਕੁਝ ਕਰਨ ਤੋਂ ਬਾਅਦ ਸਾਡਾ ਜੀਵਨ ਸਫਲ ਹੋਇਆ ਹੈ ਕਿ ਨਹੀਂ ਹੋਇਆ, ਕੀ ਅਸੀਂ ਸਮੇਂ ਦੀ ਵਰਤੋਂ ਸਹੀ ਕੀਤੀ ਹੈ ਜਾਂ ਨਹੀਂ ਕੀਤੀ ਹੈ। ਅਸਲ ਤਾਂ ਸਵਾਲ ਸਾਡੇ ਸਾਹਮਣੇ ਇਹ ਸੀ। ਤਾਂ ਫਿਰ ਜੇ ਅਸੀਂ ਆਪਣੇ ਜੀਵਨ ਨੂੰ ਸਫਲ ਕਰਨਾ ਹੋਵੇ ਤਾਂ ਫਿਰ ਸਾਨੂੰ ਕਰਨਾ ਕੀ ਚਾਹੀਦਾ। ਮੈਨੂੰ ਇੱਕ ਕੋਟੇਸ਼ਨ ਯਾਦ ਆ ਰਹੀ ਹੈ, ਅੱਜ ਕੱਲ ਉਹਦੇ ਕਾਫੀ ਲੋਕ ਸ਼ਰਧਾਲੂ ਵੀ ਹਨ, ਜਿਹੜਾ ਇੱਕ ਸੂਫੀ ਈਰਾਨ ਦਾ ਰੂਮੀ, ਉਹ ਕਹਿੰਦਾ ਹੈ ਕਿ ਜੇ ਮਨੁੱਖ ਚੰਗੇ ਉਸਤਾਦ ਦੇ ਪਿੱਛੇ ਲੱਗ ਪਵੇ, ਉਹਦੀ ਗੱਲ ਨੂੰ ਸੁਣ ਕੇ ਉਹਦੇ ਤੇ ਅਮਲ ਕਰਨਾ ਸ਼ੁਰੂ ਕਰ ਦੇਵੇ, ਭਾਵ ਮੁਰਸ਼ਿਦ ਦੇ ਨਾਲ ਜੁੜ ਜਾਵੇ, ਗੁਰੂ ਨਾਲ ਜੁੜ ਜਾਵੇ, ਤੇ ਜੇ ਨਾ ਜੁੜੇ ਤਾਂ ਫਿਰ ਕੀ ਹੁੰਦਾ ਹੈ, ਫਿਰ ਤਾਂ ਜੀਵਨ ਸਫਲ ਹੋ ਜਾਏਗਾ ਜੇ ਜੁੜ ਗਿਆ। ਜੇ ਨਾ ਜੁੜੇ ਤਾਂ ਉਹ ਕਹਿੰਦਾ ਹੈ ਕਿ 2 ਦਿਨਾਂ ਦਾ ਸਫ਼ਰ ਕਰਦਿਆਂ ਵੀ 2 ਸਾਲ ਲੰਘ ਜਾਣਗੇ, ਪਰ ਕਦਮ ਅੱਗੇ ਨਹੀਂ ਪੁੱਟਿਆ ਜਾਏ। ਹੁਣ ਗੱਲ ਉਹੀ ਹੈ ਕਿ ਜਦੋਂ ਤੱਕ ਅਸੀਂ ਇਸ ਜੀਵਨ ਨੂੰ ਜੀਣ ਦਾ ਢੰਗ, ਇਸ ਜੀਵਨ ਨੂੰ ਸਫਲ ਕਰਨ ਦਾ ਢੰਗ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਹੀਂ ਸਿੱਖਦੇ, ਉਦੋਂ ਤੱਕ ਸਾਡਾ ਜੀਵਨ ਸਫਲ ਨਹੀਂ ਹੋ ਸਕਦਾ। ਗੁਰੂ ਦੀ ਸ਼ਰਨ ਪ੍ਰਾਪਤ ਕਰਨ ਦੀ ਗੱਲ ਅੱਗੇ ਚੌਥੇ ਬੰਦ ਵਿੱਚ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਇਹ ਮੇਰੀ ਮੇਰੀ ਵਾਲਾ ਰਸਤਾ ਛੱਡ ਕੇ ਹੁਣ ਤੂੰ ਗੁਰੂ ਦੇ ਰਸਤੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰ। ਹਰ ਜੀਓ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰ ਹਰ ਨਾਮ। ਜਿਸ ਮਨੁੱਖ ਦੇ ਉੱਤੇ ਪ੍ਰਭੂ ਜੀ ਮਿਹਰ ਕਰਦੇ ਹਨ, ਉਹਨਾਂ ਦੀ ਸੁਰਤ ਲਿਵ ਲਾਵੈ ਆਪਣੇ ਚਰਨਾਂ ਵਿੱਚ ਜੋੜ ਲੈਂਦੇ ਹਨ, ਆਪਣੇ ਨਾਲ ਗੁਣਾਂ ਦੇ ਖਜ਼ਾਨੇ ਪ੍ਰਭੂ ਜੀ ਆਪਣੇ ਨਾਲ ਲਿਵ ਜੋੜ ਲੈਂਦੇ ਹਨ। ਤੇ ਲਾਹਾ ਹਰ ਹਰ ਨਾਮ ਲਿਓ, ਫਿਰ ਹਰ ਹਰ ਨਾਮ ਲਿਓ, ਭਾਵ ਪ੍ਰਭੂ ਦੇ ਨਾਮ ਦੇ ਨਾਲ ਜੁੜ ਕੇ ਉਹਦੇ ਨਾਮ ਰੂਪੀ ਲਾਹਾ ਲਾਭ ਖੱਟ ਲੈਂਦਾ ਹੈ, ਭਾਵ ਉਹਦੇ ਅੰਦਰ ਵੀ ਪ੍ਰਭੂ ਦੇ ਗੁਣ ਆਣੇ ਸ਼ੁਰੂ ਹੋ ਜਾਂਦੇ ਹਨ। ਉਹ ਪ੍ਰਭੂ ਜਿਹਾ ਹੀ, ਵਾਹਿਗੁਰੂ ਜਿਹਾ ਹੀ ਹੋਣਾ ਸ਼ੁਰੂ ਕਰ ਦਿੰਦਾ ਹੈ। ਹਰ ਜੀਓ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰ ਹਰ ਨਾਮ ਲਿਓ। ਹੁਣ ਜਿਹਦੇ ਉੱਤੇ ਕਿਰਪਾ ਹੋ ਜਾਏ ਕਿ ਉਹਦੇ ਉੱਤੇ ਉਹਦੀ ਲਿਵ ਜਿਹੜੀ ਅਕਾਲ ਪੁਰਖ ਦੇ ਨਾਲ, ਵਾਹਿਗੁਰੂ ਦੇ ਨਾਲ, ਪ੍ਰਭੂ ਜੀ ਦੇ ਨਾਲ ਜੁੜ ਜਾਵੇ, ਤੇ ਫਿਰ ਉਹਦੇ ਜੀਵਨ ਦੇ ਵਿੱਚ ਪਲਟਾ ਆ ਜਾਂਦਾ। ਨਾਮ ਧਨ ਦੀ ਪ੍ਰਾਪਤੀ ਦਾ ਤੇ ਇਹੀ ਹੈ, ਨਿਸ਼ਾਨੀ ਹੀ ਇਹ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹਦੇ ਅੰਦਰ ਉਹ ਹਰੀ ਜੈਸੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਇਹੀ ਇੱਕ ਰਸਤਾ ਹੈ। ਤੇ ਅਗਲੀ ਪੰਕਤੀ ਵਿੱਚ ਕਬੀਰ ਜੀ ਇਹਨੂੰ ਹੋਰ ਸਪਸ਼ਟ ਕਰ ਰਹੇ ਹਨ, ਗੁਰ ਪ੍ਰਸਾਦੀ ਹਰ ਧਨ ਪਾਏ। ਇਹ ਜਿਹੜਾ ਹਰ ਧਨ ਹੈ, ਹਰ ਨਾਮ ਹੈ, ਇਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੋਣੀ ਹੈ। ਇਹ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਪ੍ਰਾਪਤ ਹੁੰਦੀ ਹੈ। ਤੇ ਸਤਿਗੁਰੂ ਦੀ ਕਿਰਪਾ ਕੀ ਹੁੰਦੀ ਹੈ ਕਿ ਜੋ ਸਤਿਗੁਰੂ ਦੀ ਸ਼ਰਨ ਦੇ ਵਿੱਚ ਅਸੀਂ ਅਕਾਲ ਪੁਰਖ ਦੀ ਕਿਰਪਾ ਨਾਲ ਪਹੁੰਚ ਕੇ, ਤਾਂ ਗੁਰੂ ਦੀ ਕਿਰਪਾ ਇਹੀ ਹੈ ਕਿ ਸਾਡੇ ਮਨ ਦੇ ਵਿੱਚ ਗੁਰੂ ਦੇ ਦਿੱਤੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਦਾ ਚਾਅ ਪੈਦਾ ਹੋ ਜਾਏ ਤੇ ਅਸੀਂ ਉਹ ਯਤਨ ਸ਼ੁਰੂ ਕਰਦੇ। ਇਹੀ ਗੁਰਪ੍ਰਸਾਦੀ ਹੈ। ਜਦੋਂ ਅਸੀਂ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਨ ਦਾ ਚਾਅ ਸਾਡੇ ਮਨ ਵਿੱਚ ਪੈਦਾ ਹੋ ਜਾਏ, ਇਹ ਗੁਰੂ ਦੀ ਮਿਹਰ ਹੁੰਦੀ ਹੈ। ਤਾਂ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚਲੇ। ਫਿਰ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਨ ਕਰਕੇ ਜੋ ਮਨੁੱਖ ਦੀ ਅਵਸਥਾ ਦੇ ਵਿੱਚ ਬਦਲਾਅ ਆਉਂਦਾ ਹੈ, ਗੁਣ ਪੈਦਾ ਹੁੰਦੇ ਹਨ,
ਉਹ ਫਿਰ ਦੂਜੇ ਜਿਹੜੇ ਜਿਹੜੇ ਧਨ ਜਿਹੜੇ ਅਸੀਂ ਇਕੱਠੇ ਕਰਕੇ ਤੇ ਫਿਰ ਇੱਥੇ ਛੱਡ ਕੇ ਚਲੇ ਜਾਂਦੇ ਹਾਂ, ਉਹ ਗੁਣ ਇੱਥੇ ਨਹੀਂ ਰਹਿ ਜਾਂਦੇ, ਉਹ ਸਾਡੇ ਨਾਲ ਹੀ ਹਨ। ਗੁਣ ਤਾਂ ਬੰਦੇ ਦੇ ਨਾਲ ਹੀ ਹਨ। ਅਨੇਕਾਂ ਥਾਵਾਂ ਤੇ ਸਤਿਗੁਰੂ ਜੀ ਨੇ ਵੀ ਸਾਨੂੰ ਸਮਝਾਇਆ ਹੈ ਕਿ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੇ ਸਨ। ਹੁਣ ਉਹ ਗੁਣ ਜਦੋਂ ਪੈਦਾ ਹੋ ਜਾਣਗੇ ਤੇ ਉਹ ਨਾਲ ਚੱਲਣਗੇ ਸਾਡੇ, ਉਹ ਸਾਡੇ ਨਾਲ ਹੀ ਰਹਿਣਗੇ। ਇਹੀ ਅਵਸਥਾ, ਜਿਹੜੀ ਅਵਸਥਾ ਬਦਲ ਗਈ ਸਾਡੀ ਨਾਮ ਦੇ ਨਾਲ ਜੁੜ ਕੇ, ਨਾਮ ਦੇ ਗੁਣ ਧਾਰਨ ਕਰਕੇ, ਜਿਹੜੀ ਅਵਸਥਾ ਬਦਲਣ ਤੋਂ ਬਾਅਦ ਜਿਹੜੀ ਸਾਡੀ ਅਵਸਥਾ ਬਣੀ, ਉਸੇ ਅਵਸਥਾ ਦੇ ਵਿੱਚ ਹੀ ਅਸੀਂ ਅਕਾਲ ਪੁਰਖ ਦੇ ਦਰ ਦੇ ਉੱਤੇ ਜਾਣਾ ਹੈ, ਇਸ ਜੀਵਨ ਨੂੰ ਸਫਲ ਕਰਨਾ ਹੈ। ਤੇ ਅੰਤਲੇ ਬੰਦ ਦੇ ਵਿੱਚ ਕਬੀਰ ਜੀ ਫਰਮਾ ਰਹੇ ਹਨ, ਕਹਿਤ ਕਬੀਰ ਸੁਨੋ ਰੇ ਸੰਤੋ, ਅਨ ਧਨ ਕਛੁਆ ਲੈ ਨਾ ਗਏ। ਹੁਣ ਕਬੀਰ ਜੀ ਕਹਿ ਰਹੇ ਹਨ, ਸੁਨੋ ਰੇ ਸੰਤੋ, ਹੇ ਸੰਤ ਜਨੋ ਸੁਣੋ, ਹੇ ਪ੍ਰਭੂ ਦੇ ਮਾਰਗ ਤੇ ਤੁਰਨ ਵਾਲੇ, ਪ੍ਰਭੂ ਦੇ ਮਾਰਗ ਤੇ ਤੁਰਨ ਦੀ ਇੱਛਾ ਰੱਖਣ ਵਾਲੇ ਸੰਤ ਜਨੋ, ਮੇਰੀ ਗੱਲ ਧਿਆਨ ਨਾਲ ਸੁਣੋ। ਅਨ ਧਨ ਕਛੁਆ ਲੈ ਨਾ ਗਏ। ਇਹ ਜੋ ਹੋਰ ਧਨ ਪਦਾਰਥ ਹਨ ਨਾ ਇਸ ਜਗਤ ਦੇ, ਇਹ ਅਸੀਂ ਲੈ ਨਹੀਂ ਜਾਣੇ, ਇਹ ਸਾਡੇ ਨਾਲ ਨਹੀਂ ਜਾਣੇ। ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚਲੇ। ਜਿਸ ਵੇਲੇ ਉਹ ਸੱਦਾ ਆਇਆ ਗੋਪਾਲ ਰਾਏ ਦਾ, ਪ੍ਰਭੂ ਜੀ ਨੇ ਜਦੋਂ ਸਾਨੂੰ ਸੁਨੇਹਾ ਭੇਜਿਆ, ਤਾਂ ਫਿਰ ਕੀ ਹੋਏਗਾ? ਮਾਇਆ ਮੰਦਰ ਛੋੜ ਚਲੇ। ਜੋ ਇਕੱਠਾ ਕੀਤਾ, ਮਾਇਆ ਜਿਸ ਕਿਸਮ ਦੀ ਵੀ ਇਕੱਠੀ ਕੀਤੀ ਹੈ, ਮੰਦਰ ਜਿਸ ਕਿਸਮ ਦੇ ਵੀ ਬਣਾਏ ਹਨ, ਘਰ ਬਣਾਏ ਹਨ, ਮਹਿਲ ਬਣਾਏ ਹਨ, ਜੋ ਵੀ ਬਣਾਇਆ ਹੈ, ਉਹ ਸਭ ਕੁਝ ਛੱਡ ਕੇ ਚਲਿਓ, ਛੋੜ ਚਲਿਓ। ਛਡਾ ਕੇ ਤੂੰ ਉਸੇ ਵੇਲੇ ਤੁਰ ਪੈਣਾ। ਤਾਂ ਫਿਰ ਆਪਣੇ ਨਾਲ ਲਿਜਾਣ ਲਈ ਵੀ ਕੋਈ ਇੰਤਜ਼ਾਮ ਕਰ ਲੈ ਨਾ, ਜਿਹੜਾ ਤੇਰੇ ਨਾਲ ਜਾਵੇ। ਕੋਈ ਤਾਂ ਧਨ ਨਾਲ ਲੈ ਚੱਲਿਓ, ਕੋਈ ਤਾਂ ਧਨ ਆਪਣੇ ਨਾਲ ਲਿਜਾਣ ਦਾ ਇਕੱਠਾ ਕਰ ਲੈ, ਜਿਹੜਾ ਤੇਰੇ ਨਾਲ ਚੱਲੇ। ਤੇ ਉਹ ਧਨ ਕਿਹੜਾ ਹੈ? ਉਹ ਧਨ ਹਨ ਪ੍ਰਭੂ ਜੀ ਦੇ ਨਾਮ ਨਾਲ ਜੁੜ ਕੇ ਜੀਵਨ ਦੇ ਵਿੱਚ ਆਇਆ ਬਦਲਾਅ, ਤੇਰੇ ਅੰਦਰ ਪੈਦਾ ਹੋਏ ਗੁਣ, ਜਿਹੜੇ ਇਸ ਤੋਂ ਪਹਿਲੇ ਪਦੇ ਵਿੱਚ ਕਬੀਰ ਜੀ ਸਮਝਾ ਰਹੇ ਹਨ। ਹਰ ਜੀਓ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰ ਹਰ ਨਾਮ ਲਈਓ, ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚਲਿਓ। ਤਾਂ ਕਬੀਰ ਜੀ ਨੇ ਸਾਨੂੰ ਪਹਿਲਾਂ ਸਾਡੀ ਅਵਸਥਾ ਦਾ ਪੂਰੀ ਡਿਸਕ੍ਰਿਪਸ਼ਨ ਦੇ ਕੇ ਇੱਕ ਫਿਲਮ ਵਾਂਗ ਸਾਡੇ ਅੱਗੋਂ ਸਾਡੀ ਸਾਰੀਆਂ ਅਵਸਥਾਵਾਂ ਲੰਘਾ ਦਿੱਤੀਆਂ। ਤੇ ਹੁਣ ਉਹ ਕਹਿ ਰਹੇ ਹਨ ਕਿ ਹੁਣ ਤੂੰ ਚੋਇਸ ਕਰ ਲੈ ਕਿ ਇਹ ਜਿਹੜਾ ਹਰ ਧਨ ਨਾਲ ਲੈ ਕੇ ਤੂੰ ਜਾਣਾ ਹੈ, ਉਹ ਆਪਣੀ ਅਵਸਥਾ ਬਣਾਣੀ ਹੈ, ਜਾਂ ਫਿਰ ਮਾਇਆ ਮੰਦਰ ਛੋੜ ਚਲਿਓ ਇਹ ਅਵਸਥਾ ਬਣਾਣੀ। ਇਹ ਤੇਰੇ ਸਾਹਮਣੇ ਚੋਇਸ ਹੈ। ਤੇ ਫਰਕ ਕਿੱਥੇ ਹੈ? ਉਹ ਫਰਕ ਹੈ, ਕਬੀਰ ਜੀ ਕਹਿੰਦੇ ਹਨ ਕਿ ਜੇ ਮੇਰੀ ਦੇ ਪਿੱਛੇ, ਆਪਣੀ ਮੱਤ ਪਿੱਛੇ, ਆਪਣੇ ਵਸਤੂਆਂ ਦੇ ਨਾਲ ਮੋਹ ਦੇ ਵਿੱਚ ਪਿਆ ਰਹੇਗਾ, ਆਪਣੀ ਸਮਝ ਦੇ ਨਾਲ, ਆਪਣੀ ਦਿਮਾਗ ਦੇ ਨਾਲ ਤੂੰ ਬਚਪਨ ਤੋਂ ਲੈ ਕੇ ਹੁਣ ਤੱਕ ਸਾਰਾ ਜੀਵਨ ਬਿਤਾਇਆ, ਤੇ ਜ਼ਰਾ ਆਪਣੇ ਅੰਦਰ, ਆਪਣੇ ਗਿਰਬਾਨ ਦੇ ਵਿੱਚ ਝਾਤੀ ਮਾਰ ਕੇ ਦੇਖ ਕਿ ਜੇ ਤੈਨੂੰ ਅੱਜ ਇੱਥੋਂ ਛੱਡ ਕੇ ਜਾਣਾ ਪੈ ਜਾਂਦਾ, ਤੇਰੇ ਨਾਲ ਕੀ ਜਾਏਗਾ, ਕੀ ਲੈ ਕੇ ਜਾਏਗਾ? ਜੇ ਕੁਝ ਵੀ ਨਹੀਂ ਤਾਂ ਫਿਰ ਤਾਂ ਜਨਮ ਗਵਾ ਲਿਆ। ਪਰ ਜੇ ਜਨਮ ਸਫਲ ਕਰਨਾ ਹੈ ਤੇ ਉਹਦਾ ਢੰਗ ਇੱਕੋ ਹੀ ਹੈ ਕਿ ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚਲਿਓ। ਆਓ ਸਾਰੇ ਸਤਿਗੁਰੂ ਜੀ ਅੱਗੇ, ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਕਬੀਰ ਜੀ ਨੇ ਜੋ ਸਾਨੂੰ ਉਪਦੇਸ਼ ਇਹਦੇ ਵਿੱਚ ਦਿੱਤਾ, ਅਸੀਂ ਉਹਨੂੰ ਗ੍ਰਹਿਣ ਕਰਨ ਦੇ, ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅਸੀਂ ਉਹਨੂੰ ਗ੍ਰਹਿਣ ਕਰਨ ਦੇ, ਆਪਣੇ ਜੀਵਨ ਦੇ ਵਿੱਚ ਅਪਣਾਉਣ ਦੇ, ਜੀਵਨ ਵਿੱਚ ਢਾਲਣ ਦੇ ਕਾਬਲ ਹੋ ਜਾਈਏ। ਆਓ ਇਸ ਅਰਦਾਸ ਦੇ ਨਾਲ ਆਪਾਂ ਇਹਦੀ ਸਮਾਪਤੀ ਕਰੀਏ। ਹੋਈਆਂ ਭੁੱਲਾਂ ਚੁੱਕਾਂ, ਬਹੁਤ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਖਿਮਾ ਕਰ ਦੇਣਾ। ਅਣਜਾਣ ਬੱਚਾ ਜਾਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ